ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਦੋਏ ਕਰ ਜੋੜ ਮੰਗੋ ਇਕ ਦਾਨਾ, ਸਾਹਿਬ ਤੁਠੇ ਪਾਵਾ। ਸਾਸ ਸਾਸ ਨਾਨਕ ਆਰਾਧੇ, ਆਠ ਪਹਰ ਗੁਣ ਗਾਵਾ। ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਏਜ ਦੀ ਮਨਜੂਰ ਗੁਰ ਗੋਬਿੰਦ ਸਿੰਘ। ਹਕ ਰਾਗ ਗੰਜੂਰ ਗੁਰ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰ ਗੋਬਿੰਦ ਸਿੰਘ। ਹਕ ਹਕ ਆਗਾਹ ਗੁਰ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ। ਹਕ ਹਕ ਆਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਹਕ ਹਕ ਆਇਨਾ ਗੁਰ ਗੋਬਿੰਦ ਸਿੰਘ, ਖਾਲਸੋ ਬੇਕੀਨਾ ਗੁਰ ਗੋਬਿੰਦ ਸਿੰਘ। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰ ਗੋਬਿੰਦ ਸਿੰਘ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਚਰਨ ਕਮਲ ਸਾਹਿਬ ਜੀ ਵਿਖੇ ਸਤਿਗੁਰਾਂ ਜੀ ਦੇ ਮੁਬਾਰਕ ਚਰਨ ਪੈਣ ਦੀ ਸਮ੍ਰਿਤੀ ਵਿੱਚ ਸਿਮਰਤੀ ਵਿੱਚ ਇਸ ਵਿਸ਼ੇਸ਼ ਗੁਰਮਤਿ ਸਮਾਗਮ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਔਰ ਇਹ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੇ ਹੋਏ ਪੂਰਨ ਸੰਯੋਗ ਦੁਆਰਾ ਆਪ ਸੰਗਤ ਦੀ ਸੇਵਾ ਕੀਤੀ ਜਾਂਦੀ ਹੈ। ਸਨਮਾਨਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਹੜੇ ਪਿਛਲੇ 2 ਸਾਲ ਵਿਦੇਸ਼ ਹੋਣ ਕਰਕੇ ਆਪ ਸੰਗਤ ਦੇ ਦਰਸ਼ਨ ਨਹੀਂ ਕਰ ਸਕੇ, ਇਸ ਵੇਲੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ
ਆਪ ਸੰਗਤ ਦੇ ਕੱਲ ਵੀ ਦਰਸ਼ਨ ਕੀਤੇ ਔਰ ਅੱਜ ਵੀ ਕੀਰਤਨ ਰਾਹੀਂ ਹਾਜ਼ਰੀ ਭਰੀ। ਮਾਲਕ ਦਾ ਇੱਕ ਤਰਸ ਹੈ ਕਿ ਭਾਈ ਸਾਹਿਬ ਜੀ ਕੀਰਤਨ ਇਕੱਲੇ ਆਪ ਨਹੀਂ ਕਰਦੇ, ਸਾਰੀ ਸੰਗਤ ਨਾਲ ਬੋਲ ਕੇ ਕੀਰਤਨ ਵਿੱਚ ਅਸੀਸਾਂ ਬਖਸ਼ਦੀ ਹੈ। ਭਾਈ ਸਾਹਿਬ ਜੀ ਨੇ ਕੀਰਤਨ ਦੀ ਸਮਾਪਤੀ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਆਪਾਂ ਨੂੰ ਸਰਵਣ ਕਰਾਇਆ ਹੈ। ਆਓ ਇਸ ਸ਼ਬਦ ਦੀ ਵਿਚਾਰ ਅੱਜ ਆਪਾਂ ਪ੍ਰਾਰੰਭ ਕਰਾਂਗੇ। ਅਗਲੇ 3 ਦੀਵਾਨਾਂ ਵਿੱਚ ਅੱਜ ਸਮੇਤ ਇਸ ਅੰਮ੍ਰਿਤ ਬਚਨ ਦੀ ਵਿਚਾਰ ਔਰ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਰਲ ਮਿਲ ਕੇ ਆਪਾਂ ਵਿਚਾਰਾਂਗੇ। ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ, ਅਦਬ ਸਹਿਤ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਜਿਹੜੀ ਮਨੁੱਖੀ ਆਤਮਾ ਦੀ ਉਧਾਰ ਕਰਤਾ ਹੈ, ਔਰ ਇਹ ਅੰਮ੍ਰਿਤ ਬਾਣੀ ਦੇ ਉਚਾਰਨ ਕਰਤਾ ਨੇ ਇਸ ਬਾਣੀ ਦੀ ਸਿਫਤ ਵਿੱਚ ਵੀ ਬਾਣੀ ਉਚਾਰਨ ਕੀਤੀ ਹੈ। ਜਿਵੇਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ ਕਿ ਆਮ ਤੌਰ ਤੇ ਇਤਿਹਾਸ ਦੇ ਬੋਲ ਨੇ ਕਿ ਹਜ਼ੂਰ ਸ਼ਬਦ ਵਰਦੇ ਨੇ ਭਾਈ ਮਰਦਾਨਾ ਜੀ ਨੂੰ, ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਸਾਡੇ ਇੱਕ ਵਿਦਵਾਨ ਪੁਰਸ਼ ਸ਼ਬਦ ਹੋਰ ਵਰਦੇ ਹੁੰਦੇ ਸਨ ਨਾਲ, ਮਰਦਾਨਿਆ ਭਾਈ ਸਾਹਿਬ ਲਈ। ਅਸੀਂ ਭਾਈ ਸਾਹਿਬ ਹੀ ਕਹਾਂਗੇ ਕਿ ਮਰਦਾਨਿਆ ਰਬਾਬ ਛੇੜ ਕਾਈ ਸਿਫਤ ਕਰੀਏ ਖੁਦਾ ਦੇ ਦੀਦਾਰ ਦੀ। ਇਹ ਅੰਮ੍ਰਿਤ ਬਾਣੀ ਜਿਹਦੇ ਆਪਾਂ ਦਰਸ਼ਨ ਕਰਨੇ ਆ। ਯਾਦ ਰੱਖਿਓ, ਸਨ 1170 ਤੋਂ ਲੈ ਕੇ 1675 ਤੱਕ ਇਸ ਭਾਰਤ ਦੇ ਰੂਹਾਨੀ ਖਜ਼ਾਨੇ ਨੂੰ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਹੈ। ਮੈਂ ਸਨ 1170 ਸ਼ਬਦ ਵਰਤਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਆਗਮਨ 1469 ਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ ਬਾਣੀਕਾਰ ਨੇ ਉਹਨਾਂ ਮਹਾਂਪੁਰਖਾਂ ਦੀ ਬਾਣੀ ਵੀ ਹੈ ਜਿਹੜੇ ਹਜ਼ੂਰ ਤੋਂ ਤਕਰੀਬਨ 300 ਸਾਲ ਪਹਿਲਾਂ ਹੋਏ ਨੇ। ਉਸ ਵਿੱਚ ਇੱਕ ਭਗਤ ਨੇ ਜਿਹੜੇ ਬੰਗਾਲ ਦੀ ਧਰਤੀ ਤੇ ਹੋਏ, ਜਿਨ੍ਹਾਂ ਦੇ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਚ ਪੜ੍ਹਨੇ ਆ। ਭਗਤ ਜੈ ਦੇਵ ਜੀ, ਉਹਨਾਂ ਦਾ ਜਨਮ ਵਿਦਵਾਨ ਪੁਰਸ਼ ਲਿਖਦੇ ਨੇ 1170 ਦਾ ਹੈ। ਉਹਨਾਂ ਤੋਂ 3 ਸਾਲ ਛੋਟੇ ਨੇ ਪੰਜਾਬ ਦਾ ਉਹ ਦਰਵੇਸ਼, ਜਿਨ੍ਹਾਂ ਨੂੰ ਅਸੀਂ ਆਮ ਬੋਲੀ ਵਿੱਚ ਬਾਬਾ ਫਰੀਦ ਸਾਹਿਬ ਕਹਿੰਦੇ ਆ। ਉਹਨਾਂ ਦਾ ਜਨਮ 1173 ਵਿੱਚ ਹੋਇਆ ਤੇ ਸਨ 1265 ਵਿੱਚ ਉਹਨਾਂ ਦੀ ਫੌਤ ਹੋਈ। ਉਹਨਾਂ ਚਲਾਣਾ ਕੀਤਾ ਹੈ। ਇਹ ਉਹਨਾਂ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਪਾਠ ਕਰਨੇ, ਔਰ ਖਾਸ ਕਰਕੇ ਜਦੋਂ ਕਿਸੇ ਗੁਰਦੁਆਰੇ ਵਿੱਚ ਗ੍ਰੰਥੀ ਸਾਹਿਬ ਦਾ, ਖਾਸ ਕਰਕੇ ਪਾਠੀ ਸਾਹਿਬ ਜੀ ਦਾ ਗੁਰਬਾਣੀ ਪ੍ਰਤੀ ਪ੍ਰੀਖਿਆ ਲਈ ਜਾਂਦੀ ਏ, ਇਹ ਪਦਾ ਅਕਸਰ ਸੁਣਿਆ ਜਾਂਦਾ, ਪਰਮਾਦ ਪੁਰਖ ਮਨੋਪੰ ਸਤ ਆਦ ਭਾਵ ਰਤਨ। ਦੂਸਰੇ ਪਾਸੇ ਬਾਬਾ ਫਰੀਦ ਸਾਹਿਬ ਨੇ ਜਿਹੜੇ ਬੋਲਦੇ ਪੰਜਾਬੀ ਚ ਪਏ ਨੇ, ਉਹਨਾਂ ਦੀ ਬਾਣੀ ਸਾਰੀ ਲਹਿੰਦੀ ਪੰਜਾਬੀ ਚ ਅਸੀਂ ਦੇਖਨੇ ਆ।
ਉਂਝ ਵਿਦਵਾਨ ਪੁਰਸ਼ ਇਹ ਕਹਿੰਦੇ ਨੇ ਕੁਝ ਉਹਨਾਂ ਦੇ ਬੋਲ ਫਾਰਸੀ ਜ਼ਬਾਨ ਵਿੱਚ ਵੀ ਨੇ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਦਰਸ਼ਨ ਕਰਨੇ ਆ ਤੇ ਉਹ ਪੰਜਾਬੀ ਬੋਲਦੇ ਆ। ਜਦੋਂ ਉਹਨਾਂ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਸੀਂ ਪੜ੍ਹਨੇ ਆ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਜਦੋਂ ਅਸੀਂ ਉਹਨਾਂ ਦੇ ਬਚਨ ਪੜ੍ਹਨੇ ਆ, ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੇ, ਇਹ ਤਨਖੋਸ਼ੀ ਖਾਕ ਨਿਮਾਣੀ ਗੌਰ ਘਰੇ। ਬੜੇ ਸਰਲ ਸ਼ਬਦ ਨੇ ਜੀ, ਪਰ ਅੱਜ ਕੱਲ ਸ਼ਾਇਦ ਨਾ ਸਮਝ ਪਏ। ਉਹ ਬੋਲਦੇ ਪੰਜਾਬੀ ਨੇ, ਉਹਨਾਂ ਨੇ ਲਿਪੀ ਕਿਹੜੀ ਵਰਤੀ? ਮੈਂ ਕੱਲ ਵੀ ਥੋੜੀ ਜਿਹੀ ਅਰਜ਼ ਕੀਤੀ ਸੀ ਲਿਪੀ ਦੇ ਸੰਬੰਧ ਵਿੱਚ। ਉਹਨਾਂ ਫਾਰਸੀ ਵਰਤੀ, ਅਲਫ ਬੇ ਪੇ ਤੇ ਵਰਤਿਆ। ਪਰ ਸਤਿਗੁਰਾਂ ਨੇ ਸਾਡੇ ਤੇ ਮਿਹਰ ਕੀਤੀ, ਜਿੰਨੇ ਬਾਣੀ ਦੇ ਉਚਾਰਨ ਕਰਤਾ ਨੇ, ਭਾਵੇਂ ਕੋਈ ਸੰਸਕ੍ਰਿਤੀ ਵਿੱਚ ਬੋਲਿਆ, ਭਾਵੇਂ ਕੋਈ ਬ੍ਰਜ ਭਾਸ਼ਾ ਵਿੱਚ ਬੋਲਿਆ, ਸਿੰਧੀ ਗੁਰੂ ਗ੍ਰੰਥ ਸਾਹਿਬ 'ਚ ਬਹੁਤ ਹੈ। ਕੱਲ ਮੈਂ ਰਾਤ ਅਰਜ਼ ਕੀਤੀ, 15 ਭਾਸ਼ਾਵਾਂ ਦੇ ਕਰੀਬ 15 ਭਾਸ਼ਾਵਾਂ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਕੀਤੀ ਗਈ। ਇਹਨਾਂ ਸਾਰੀਆਂ ਭਾਸ਼ਾਵਾਂ ਨੂੰ ਜਿਹੜਾ ਲਿਬਾਸ ਦਿੱਤਾ ਗਿਆ, ਉਹ ਸਤਿਗੁਰੂ ਦੇ ਰਚੇ ਹੋਏ ਚਿੰਨ੍ਹ, ਜਿਨ੍ਹਾਂ ਨੂੰ ਅਸੀਂ ਗੁਰਮੁਖੀ ਕਹਿੰਦੇ ਹਾਂ, ਹਜ਼ੂਰ ਨੇ ਗੁਰਮੁਖੀ ਲਿਪੀ ਦੇ ਵਿੱਚ ਸਾਰੇ ਲਿਖੇ ਆ। ਜਦੋਂ ਸਤਿਗੁਰੂ ਦੀ ਬਾਣੀ 'ਚ, ਕਿਉਂਕਿ ਮੈਂ ਥੋੜਾ ਜਿਹਾ ਆਪ ਜਿਹਨੂੰ ਬਾਣੀ ਸੰਬੰਧੀ ਅਰਜ਼ ਕਰਕੇ ਜਾਣੀ ਹੈ, ਜਦੋਂ ਅਸੀਂ ਬਾਣੀ ਪੜ੍ਹਨੇ ਆ, ਇਹ ਬਾਣੀ ਕਿਵੇਂ ਆ ਗਈ? ਕਿ ਬਾਣੀ ਦੇ ਉਚਾਰਨ ਕਰਤਾਵਾਂ ਨੇ ਗ੍ਰੰਥ ਪੜ੍ਹੇ, ਉਹਨਾਂ ਗ੍ਰੰਥਾਂ ਵਿੱਚੋਂ ਪੋਇਟਰੀ ਆਈ, ਛੰਦਾਬੰਦੀ ਆਈ, ਖਿਆਲ ਆਏ? ਨਹੀਂ ਗੁਰਮੁਖੋ, ਅਸਲ 'ਚ ਇਹ ਬਾਣੀ ਕਿਵੇਂ ਆਈ? ਇੱਕ ਤਾਂ ਬਚਨ ਕਹੇ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਖਸਮ ਕੀ ਬਾਣੀ, ਪਰ ਆਈ ਕਿਵੇਂ? ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਕਹੇ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਿਆਈ। ਇਹ ਬਚਨ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਹਜ਼ੂਰ ਦੇ ਥੋੜੇ ਜਿਹੇ ਅਰਥੇ ਦੇ। ਅੰਮ੍ਰਿਤ ਬਾਣੀ, ਇਹ ਬਾਣੀ ਜਿਹੜੀ ਅੰਮ੍ਰਿਤ ਨਾਲ ਭਰਪੂਰ ਹੈ। ਤਤ ਵਖਾਣੀ, ਤਤ ਦਾ ਅਰਥ ਨਿਚੋੜ ਹੁੰਦਾ, ਪਰ ਇੱਥੇ ਤਤ ਦਾ ਅਰਥ ਅਸੀਂ ਪਰਮੇਸ਼ਵਰ ਵਾਹਿਗੁਰੂ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਾਫੀ ਜ਼ਿਆਦਾ ਤੇ ਤਤ ਸ਼ਬਦ ਪਰਮਾਤਮਾ ਦੇ ਅਰਥਾਂ ਵਿੱਚ ਆਇਆ। ਜਿਵੇਂ ਅਸੀਂ ਪਾਠ ਕਰਨੇ ਆ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੇ। ਹਜ਼ੂਰ ਫਰਮਾਉਂਦੇ ਨੇ, ਅੰਮ੍ਰਿਤ ਬਾਣੀ ਤਤ ਵਖਾਣੀ, ਜਿਹੜੀ ਤਤ ਪਰਮਾਤਮਾ ਦੀ ਵਿਆਖਿਆ ਕਰ ਰਹੀ ਹੈ, ਇਹ ਐਵੇਂ ਦਿਮਾਗੀ ਕਸਰਤ ਨਾਲ ਨਹੀਂ, ਗਿਆਨ ਧਿਆਨ ਵਿੱਚ ਆਈ। ਇਸ ਬੇਨਤੀ ਨੂੰ ਫਿਰ ਸੁਣਿਓ, ਗਿਆਨ ਧਿਆਨ ਵਿੱਚ ਆਈ। ਬਾਣੀ ਦੇ ਉਚਾਰਨ ਕਰਤਾਵਾਂ ਨੇ ਆਪਣਾ ਧਿਆਨ ਸ਼ਬਦ ਵਿੱਚ, ਫਿਰ ਲਫ਼ਜ਼ ਕਹੇ, ਮਨ 'ਚ ਫਿਰ ਆਏਗਾ ਵੀ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਨੇ। ਨਹੀਂ ਗੁਰਮੁਖੋ, ਸ਼ਬਦ ਦੀ ਕੋਈ ਵੀ ਉਪਮਾ ਇੰਨੀ ਨਹੀਂ ਕਰ ਸਕਦਾ। ਸ਼ਬਦ ਅਕਥਨੀਆ ਹੈ। ਇਹ ਚਲੋ ਮੈਂ ਵੀ ਲਫ਼ਜ਼ ਸ਼ਬਦ ਵਰਤਣਾ ਪਿਆ ਵਾਂ, ਇਹ ਵੀ ਤਾਂ ਸਿਰਫ ਮਾਨਵੀ ਬੋਲੀ ਵਿੱਚ ਹੈ। ਸ਼ਬਦ ਨੂੰ ਕੌਣ ਬਿਆਨ ਕਰ ਸਕਦਾ ਮੁਕੰਮਲ? ਮੇਰੀ ਬੇਨਤੀ ਹੈ, ਉਸ ਧਿਆਨ ਵੀ ਜੁੜ ਕੇ, ਜਿਹਨੂੰ ਆਪਾਂ ਸਿਮਰਨ ਕਹਿੰਦੇ ਆ, ਜਿਹਨੂੰ ਆਪਾਂ ਅਨੰਦ ਨਾਦ ਕਹਿੰਦੇ ਆ, ਜਿਹਨੂੰ ਧੁਰ ਅੰਦਰ ਵਰਤਦਾ ਸ਼ਬਦ ਕਹਿੰਦੇ ਆ, ਤੇ ਜਿਹੜਾ ਅੰਦਰ ਵਰਦਾ ਬ੍ਰਹਮੰਡਾਂ ਵਿੱਚ ਵਰਦਾ, ਉਸ ਸ਼ਬਦ ਵਿੱਚ ਜਿਨ੍ਹਾਂ ਨੇ ਧਿਆਨ ਜੋੜਿਆ, ਉਸ ਧਿਆਨ ਵਿੱਚੋਂ ਜਿਹੜਾ ਅਨੁਭਵੀ ਗਿਆਨ ਹੋਇਆ, ਫਿਰ ਉਹਨਾਂ ਨੇ ਬਾਣੀ ਦੇ ਰੂਪ ਵਿੱਚ ਉਚਾਰਨ ਕੀਤਾ। ਇਸ ਨੂੰ ਫਿਰ ਬੇਨਤੀ ਨੂੰ ਬਾਣੀ ਵਿੱਚੋਂ ਸਮਝਣ ਲਈ ਆਪ ਜੀ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ, ਤੇ ਮੈਂ ਕੱਲ ਵੀ ਅਰਜ਼ ਕੀਤੀ ਜੀ, ਆਪਾਂ ਥੋੜਾ ਸਮਾਂ ਗੁਰਬਾਣੀ ਦੀ ਵਿਚਾਰ ਜ਼ਰੂਰ ਕਰਿਆ ਕਰੀਏ। ਮਹਾਰਾਜ ਜੀ ਦਾ ਬਚਨ ਹੈ, ਹਰ ਸਿਮਰਨ ਕਰ ਭਗਤ ਭਗਤ ਪਲਟਾਏ। ਅਸੀਂ ਪੜ੍ਹਨੇ ਆ, ਉਹ ਜਿਹੜੇ ਭਗਤ ਨੇ, ਬੰਦਗੀ ਕਰਨ ਵਾਲੇ ਨੇ, ਉਹ ਵੀ ਸਿਮਰਨ ਵਿੱਚੋਂ ਪੈਦਾ ਹੋਇਆ। ਮਹਾਰਾਜ ਕਹਿੰਦੇ ਨੇ, ਅੰਮ੍ਰਿਤ ਬਾਣੀ ਤਤ ਵਖਾਣੀ ਗਿਆਨ ਧਿਆਨ ਵਿੱਚ ਆਈ। ਗੁਰਮੁਖ ਆਖੀ, ਸਤਿਗੁਰਾਂ ਨੇ ਮੁਖ ਤੋਂ ਆਖੀ। ਗੁਰਮੁਖ ਜਾਤੀ ਕਰਮੀ ਸੁਰਤ ਧਿਆਈ, ਜਿਨ੍ਹਾਂ ਤੇ ਪਰਮਾਤਮਾ ਦੀ ਬਖਸ਼ਿਸ਼ ਹੋਈ, ਉਹਨਾਂ ਨੇ ਗਿਆਨ ਧਿਆਨ ਵਿੱਚ ਆਈ। ਕੋਈ ਬਾਣੀ ਨੂੰ ਸੁਰਤ ਜੋੜ ਕੇ ਪਰਮਾਤਮਾ ਵਿੱਚ ਇਸ ਬਾਣੀ ਨੂੰ ਧਿਆਉਣਾ ਕੀਤਾ। ਬੇਨਤੀ ਹੈ, ਬਾਣੀ ਦੀ ਸਿਫਤ ਵਿੱਚ ਦੇਖੋ, ਜਦੋਂ ਅਸੀਂ ਪਾਠ ਕਰਨੇ ਆ, ਮੈਂ ਫਿਰ ਅਰਜ਼ ਕੀਤੀ, ਮਾਨਵੀ ਬੋਲੀ ਹੈ ਸਾਡੀ, ਚਾਹੇ 35 ਅੱਖਰ ਹਜ਼ੂਰ ਨੇ ਚਿੰਨ੍ਹ ਹੀ ਦਿੱਤੇ ਨਾ, ਸਾਡੇ ਅੰਦਰ ਦੀ ਧੁਨੀ ਨੂੰ ਚਿੰਨ੍ਹ ਹੀ ਦਿੱਤੇ ਨੇ।
पर प्यारिओ ये बाणी एवें लिखी। हजूर कहते ने सतगुरु की बाणी सत सत कर जानो गुर सिखो। एडा बड़ा शब्द कहना गुर सिखो। इस बाणी नू सत सत करके जानो। क्यों? हर करता आप मुंह कढ़ाए। महाराज कहते करता पुरख आप साडे मुंह तो बुला रहा है, इस करके जो करता बुला रहा है इनू सत सत करके जाना। मैं पहली बेनती ये करनी है, जदों असीं बाणी दा अभ्यास करांगे, बाणी च जो कुछ है वो रब्बी ज्ञान उस शरीर दे अंदर तुर चला जाता है जिहड़ा बाणी दा अभ्यास करदा है। इस नूं थोड़ा एक बचन आप नाल होर साझा करके, सतगुरां दा गुरु पंच पातशाह दे फुन गए ने जिहड़े आपां पाठ करने हर हां। हाँ जी, ये एक छंद दी चाल है फुने भी, जिन्हों रिपीट किया जाता है। उत्थे एक बचन है, मित का चित अनूप मर्म ना जानिए, गाहक गुणी अपार सो तत पछानिए। चित्त है चित्त है चच्चे नू सिहारी, तत्ता खाहे नू सिहारी। चित्त है चित्त समाए तां होवे रंग घना। हर हां चंचल चोरै मार ता पावै सच धना। ये महाराज जी दे बचन ने जी। अखरी अर्थ मैं कल भी कहा जी, असी जे अर्थ स्टेज ते करने आ ते कदी भी किसे विचारवान नू अर्थ दा दावा नहीं करना चाहिए। अर्थ फिर मेरी बेनती है, अर्थ नू मुकम्मल असी बयान नहीं कर सकते। आप जी कहोगे नहीं मुकम्मल हो सकता है। मैं कल एक उदाहरण दी, जपजी साहब आप रोज पढ़ते हो, जेड़े नहीं पढ़ते उन्हां दे चरनां च हथ जोड़ के बेनती है, घट्टो घट इन्ना कुछ पढ़ी बैठे हो, लाइव घर सुन रहे हो, घट्टो घट अपनी जिंदगी च गुरु नानक दा जपजी साहब तां जरूर पढ़िया करो। मेरी बेनती है। ते उंज वैसे है कि जेड़ा सिख होवे, कवि संतोख सिंह ने गर्भगंजनी टीका किया है जपजी साहब का। ਉਹਦੇ आरंभ च कहते हैं, जेड़ा ये दावे नाल कहे मैं नानक पंथी, मैं गुरु नानक साहब का सिख, ते ओनू पुछो जपजी साहब कदी पढ़ी, तेनू जप कंठ है? ते जे कहे नहीं जी मैं जप नहीं कंठ किया, उंज मैं सिख हाँ, कहन लगे फिर तेरी हालत होवे, तेनू अखर की पहचान भी कहे, भाषा की भी समझ कहे, तू बाबे दा जप नहीं कंठ कर सकिया, तेरी हालत उस झोने की पत्तल वर्गी। पत्तल समझे ना, ऊपर वाला छिलका। जिवें सच एवे धान दा ऊपर वाला छिलका है, छिल्लड़ है, पत्तल है, तुख है, पर अंदर ओदे दाना कोई नहीं। जे तेरे अंदर जपजी नहीं ना, ते चेते रखी तेरी हालत उस वर्गी जिदे अंदर दाना कोई नहीं, बाहर छिलका है। उत्थे लिखा सिख गुरु का होए गयो जपजी कंठ ना कीन। ये थोड़ा जा पाठ भेज दे, कथा वाले बैठे होंगे क्योंकि है कविता ही कवि जी दी। सिख गुरु का होए गयो जपजी कंठ ना कीन, तंदुल बिन तुख काम किस। तंदुल दा अर्थ दाना चौल, दाने तो बिना बाहर वाले छिलके की कीमत। सिख गुरु का होए गयो जपजी कंठ ना कीन, तंदुल बिन तुख काम किस। जन्म अकारत कीन। मेरी बेनती सुनो गुरमुखो, जेड़ी मैं शब्द पढ़े अखरी अर्थ ने मित का चित अनूप। मित दा लफ्जी अर्थ है जी मित्र। बाणी च उंज मित दा अर्थ मिलना भी है, तुमरी गत मित तुम ही जानी। इत्थे मित दा अर्थ मित्र। मित का चित अनूप, मेरे मित्र दा चित। अनूप दा अर्थ उपमा तो रहत है, ओदी उपमा हो ही नहीं सकती। मित का चित अनूप सो मर्म ना जानिए। मेरे मित्र दे चित दा कोई भेद जान ही नहीं सकता। हुण मित्र दा चित की अगे असीं थोड़ा जिहा वेखांगे। मित का चित अनूप मर्म ना जानिए। फिर अगे कहने गाहक गुणी अपार, जेड़े रूहानीयत दे ग्राहक ने, जेड़े आत्मक जीवन नूं जीना दी लोचा रखदे आ, ਉਹ गुरमुख प्यारे संत जन कमाई वाले गुरसिख। महाराज कहते ने गाहक गुणी अपार सो तत पछानीए। मित्र दे चित दी उपमा भेद नहीं पाया जा सकता, पर जेड़े गुणा दे ग्राहक ने वो इस गल दे भेदी हो जाते हैं। महाराज ये दो गल्लां क्यों? एक पासे आप कह रहे हो भी एदा अंत नहीं पाया जा सकता,
मित का चित अनूप सो मर्म ना जानिए, गाहक गुनी अपार सो तत पहचानिए। ਜਿਹੜੇ ਗੁਣਾਂ ਦੇ ਗ੍ਰਾਹਕ ਨੇ, ਰੂਖਾਨੀ ਸ਼ਬਦ ਦੇ ਗ੍ਰਾਹਕ ਨੇ, ਉਹ ਇਸ ਗੱਲ ਨੂੰ ਪਹਿਚਾਨ ਜਾਣਗੇ, ਉਹ ਤਤ ਨੂੰ ਜਾਣਦੇ ਆ। ਅੱਗੇ ਮਹਾਰਾਜ ਜੀ ਨੂੰ ਖੋਲਦੇ ਆ, ਕਹਿੰਦੇ ਚਿੱਤੈ, ਮੈਂ ਅਰਜ਼ ਕੀਤੀ ਇਹ ਅਸੀਂ ਅੱਖਰ ਬੋਲੇ ਆ, ਚਿੱਤੈ ਚਿੱਤ ਸਮਾਏ, ਦੋ ਵਾਰੀ ਆਇਆ, ਉਂਝ ਬਾਣੀ ਚ ਜ਼ਿਆਦਾ ਇੱਕ ਵਾਰੀ ਆਉਂਦਾ, ਚਿੱਤ ਆਵੈ ਉਸ ਪਾਰ ਬ੍ਰਹਮ, ਅਸੀਂ ਪੜ੍ਹਨੇ ਆ, ਪਰ ਇੱਥੇ ਦੋ ਆਇਆ, ਚਿੱਤੈ ਚਿੱਤ ਸਮਾਏ। ਇਹਦਾ ਅਰਥ ਹੋ ਗਿਆ ਜਿਹੜਾ ਆਪਣੇ ਮਿੱਤਰ ਦੇ ਚਿੱਤ ਵਿੱਚ ਆਪਣੇ ਚਿੱਤ ਨੂੰ ਸਮਾ ਦਿੰਦਾ ਹੈ। ਫਿਰ ਬੇਨਤੀ ਹੈ, ਚਿੱਤੈ ਚਿੱਤ ਸਮਾਏ, ਜਿਹੜਾ ਆਪਣੇ ਉਸ ਮਿੱਤਰ ਦੇ ਚਿੱਤ ਵਿੱਚ ਆਪਣੇ ਚਿੱਤ ਨੂੰ ਸਮਾ ਦਿੰਦਾ ਹੈ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਉਹਦੇ ਅੰਦਰ ਸੱਚ ਐਵੇਂ ਘਣਾ ਪ੍ਰੇਮ ਪੈਦਾ ਹੋ ਜਾਂਦਾ। ਹੁਣ ਉਹ ਚਿੱਤ ਕਿਹੜਾ ਜੀ? ਗੁਰਮੁਖੋ ਸੂਝਵਾਨ ਅਰਥ ਦੇ ਕਰਦੇ ਆ ਕਿ ਮਿੱਤਰ ਦਾ ਚਿੱਤ ਗੁਰੂ ਕਾ ਸ਼ਬਦ ਹੈ। ਫਿਰ ਸੁਣਿਓ, ਗੁਰੂ ਦਾ ਚਿੱਤ, ਗੁਰੂ ਦਾ ਹਿਰਦਾ ਗੁਰੂ ਕਾ ਸ਼ਬਦ ਹੈ। ਜਿਹੜਾ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇਗਾ, ਜਿਹੜਾ ਆਪਣੇ ਅੰਦਰ ਨੂੰ ਗੁਰੂ ਦੇ ਸ਼ਬਦ ਵੀ ਸਮਾ ਦੇਗਾ, ਗੁਰੂ ਦੇ ਚਿੱਤ ਵਿੱਚ ਜੋ ਵੀ ਰੂਹਾਨੀ ਖਜ਼ਾਨਾ ਹੈ ਉਹਦੇ ਵਿੱਚ ਪ੍ਰਵੇਸ਼ ਕਰ ਜਾਏਗਾ, ਜਿਹੜਾ ਆਪਣੇ ਚਿੱਤ ਨੂੰ ਸ਼ਬਦ ਵੀ ਸਮਾ ਦਿੰਦਾ ਹੈ। ਇਸ ਨੂੰ ਮੈਂ ਤਾਂ ਥੋੜੀ ਜਿਹੀ ਅਰਜ਼ ਕਰਨ ਲੱਗਾ ਕਿਉਂਕਿ ਗੁਰਬਾਣੀ ਐਵੇਂ ਅੱਖਰ ਨਹੀਂ ਗੁਰਮੁਖੋ, ਅੱਖਰ ਹਨ, ਐਵੇਂ ਮੈਂ ਸ਼ਬਦ ਵਰਤੇ, ਮਤ ਸਮਝੋ ਇਹ ਸਿਰਫ ਲਿਟਰੇਚਰ ਹੈ। ਨਹੀਂ ਗੁਰਮੁਖੋ, ਇਸ ਸ਼ਬਦ ਦੇ ਵਿੱਚ ਸ਼ਬਦ ਦਾ ਉਚਾਰਨ ਕਰਤਾ ਆਪ ਬੈਠਾ ਹੋਇਆ ਹੈ। ਇਹ ਸ਼ਬਦ ਦਾ ਉਚਾਰਨ ਕਰਤਾ। ਇਹ ਗੱਲ ਭਾਈ ਨੰਦ ਲਾਲ ਸਾਹਿਬ ਜੀ ਨੂੰ ਸਤਿਗੁਰਾਂ ਨੇ ਸਮਝਾਈ। ਜਦੋਂ ਮਹਾਰਾਜ ਹਜ਼ੂਰ ਸਾਹਿਬ ਸੱਚਖੰਡ ਪਿਆਨਾ ਕੀਤਾ ਤੇ ਉੱਥੇ ਭਾਈ ਸਾਹਿਬ ਜੀ ਗਏ ਸਨ ਜੀ ਨਾਲ, ਹਾਲਾਂ ਉਮਰ ਕਰਕੇ ਭਾਈ ਸਾਹਿਬ ਜੀ ਹਜ਼ੂਰ ਤੋਂ ਵੱਡੇ ਨੇ। ਉੱਥੇ ਫਿਰ ਸਤਿਗੁਰੂ ਜਿਹੜੇ ਬਚਨ ਬਿਲਾਸ ਕੀਤੇ, ਉਸ ਵਿੱਚ ਇੱਕ ਬਚਨ ਕਹੇ, ਭਾਈ ਸਾਹਿਬ ਜੀ ਕਹਿੰਦੇ ਨੇ ਮਹਾਰਾਜ ਆਪ ਜੀ ਦੇ ਦਰਸ਼ਨਾਂ ਲਈ, ਹਜ਼ੂਰ ਕਹਿੰਦੇ ਨੇ ਤਿੰਨ ਤਰ੍ਹਾਂ ਦੇ ਮੇਰੇ ਦਰਸ਼ਨ ਨੇ। ਇੱਕ ਤਾਂ ਨੇ ਨਿਰਾਕਾਰ, ਨਿਰਗੁਣ ਜਿਹਨੂੰ ਕਹਿੰਦੇ, ਮਾਇਆ ਦੇ ਤਿੰਨ ਗੁਣਾ ਤੋਂ ਉੱਪਰ, ਰਜ ਗੁਣ, ਤਮ ਗੁਣ, ਸਤ ਗੁਣ, ਨਿਰਾਕਾਰ। ਦੂਜਾ ਕਹਿੰਦੇ ਆ ਸਰਗੁਣ, ਸਰੀਰਕ ਤੌਰ ਤੇ ਵੀ ਮਹਾਰਾਜ ਸਰਗੁਣ ਵੀ, ਤੇ ਤੀਸਰਾ ਕਹਿੰਦੇ ਆ ਗੁਰੂ ਕਾ ਸ਼ਬਦ। ਤਿੰਨਾਂ ਨੂੰ ਸੁਣਿਓ ਧਿਆਨ ਨਾਲ। ਮਹਾਰਾਜ ਕਹਿੰਦੇ ਤੀਨ ਰੂਪ ਹੈ ਮੋਏ ਕੇ ਸੁਨੋ ਨੰਦ ਚਿਤ ਲਾਏ, ਨਿਰਗੁਣ, ਸਰਗੁਣ, ਗੁਰੂ ਸ਼ਬਦ ਕਹੋ ਤੋਹੇ ਸਮਝਾਏ। ਇੱਕ ਰੂਪ ਤਿਉ ਗੁਣ ਤੇ ਬਰੈ, ਨੇਤ ਨੇਤ ਜੇ ਨਿਗਮ ਉਚਰੈ। ਇੱਕ ਰੂਪ ਉਹ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਹੈ, ਜਿਹਨੂੰ ਵੇਦ ਵੀ, ਸਿਮਰਤੀਆਂ ਵੀ, ਸ਼ਾਸਤਰ ਵੀ ਨੇਤ ਨੇਤ, ਨੇਤ ਨੇ ਦਰ ਤੇ ਨਾ ਇਤੀ, ਉਹ ਇਸ ਤੋਂ ਅੱਗੇ ਵੀ ਹੈ, ਜਿਹਨੂੰ ਅਗਮ ਜਿਹੜੇ ਨੇ ਨੇਤ ਨੇ ਕਹਿੰਦੇ ਨੇ। ਦੂਜਾ ਬਚਨ ਕਰਦੇ ਨੇ ਦੂਸਰ ਰੂਪ ਗ੍ਰੰਥ ਜੀ ਜਾਨ। ਮੈਂ ਫਿਰ ਰਿਪੀਟ ਕਰ ਲੱਗਾ, ਦੂਸਰਾ ਰੂਪ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਇਹਨੂੰ ਅੰਗ ਮੇਰੋ ਕਰਮਾਨ, ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਮੇਰਾ ਅੰਗ ਜਾਣ। ਦੂਸਰੇ ਰੂਪ ਗ੍ਰੰਥ ਦੀ ਜਾਨ, ਇਹਨੂੰ ਅੰਗ ਮੇਰੋ ਕਰਮਾਨ। ਰੋਮ ਰੋਮ ਅਛਰ ਸੋ ਲਹੋ। ਭਾਈ ਸਾਹਿਬ ਜੀ ਨੂੰ ਕਹਿੰਦੇ ਨੇ ਜਿੰਨੇ ਅੱਖਰ ਨੇ, ਜਦੋਂ ਤੂੰ ਬਾਣੀ ਪੜ੍ਹੇ ਬਸ ਇਉਂ ਸਮਝੀ ਇਹ ਲਗਾ ਮਾਤਰਾ, ਇਹ ਜੋ ਕੁਝ ਲਿਖਿਆ ਹੈ ਇਹ ਗੁਰੂ ਗੋਬਿੰਦ ਸਿੰਘ ਦਾ ਰੋਮ ਰੋਮ ਇਹਦੇ ਵਿੱਚ ਸਮਾਇਆ ਹੋਇਆ ਹੈ। ਏਡੀ ਵੱਡੀ ਗੱਲ ਕਰ ਦਿੱਤੀ ਜੀ। ਰੋਮ ਰੋਮ ਅਛਰ ਸੋ ਲਹੋ, ਬਾਤ ਜਥਾਰਤ ਤੁਮ ਸਿਓ ਕਹੋ। ਫਿਰ ਅੱਗੇ ਕਹਿਣ ਲੱਗੇ ਕੰਮ ਕਰਿਓ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਸਿੱਖ ਇਸ਼ਨਾਨ ਕਰੇ। ਤੀਨ ਪ੍ਰਦਖਣਾ ਕਰੇ ਸੁਜਾਨ। ਵੈਸੇ ਪ੍ਰਦਖਣਾ ਇਹ ਅਸੀਂ ਪ੍ਰਕਰਮਾ ਕਹਿੰਦੇ, ਪ੍ਰਦਖਣਾ ਇੱਕ ਸ਼ਬਦ ਹੋਰ ਵਰਤਿਆ ਜਾਂਦਾ ਹੈ, ਪ੍ਰਦਖਣਾ, ਪ੍ਰਕਰਮਾ। ਉਂਝ ਵੈਸੇ ਪ੍ਰਦਖਣਾ ਦਾ ਲਫ਼ਜ਼ੀ ਅਰਥ ਤੁਸੀਂ ਵੇਖਿਓ ਕੋਸ਼ ਵਿੱਚ ਇਹ ਹੈ ਕਿ ਆਪਣੇ ਇਸ਼ਟ ਨੂੰ ਸੱਜੇ ਹੱਥ ਰੱਖ ਕੇ ਤੁਰਨਾ, ਦਾएं ਤਰਫ ਰੱਖ ਕੇ ਮਾਰਨ ਤੁਰਨਾ। ਤੀਨ ਪ੍ਰਦਖਣਾ ਕਰੇ ਸੁਜਾਨ। ਅੱਗੇ ਫਿਰ ਮਹਾਰਾਜ ਜੀ ਨੂੰ ਪੁੱਛਿਆ ਤੀਸਰਾ, ਫਿਰ ਮਹਾਰਾਜ ਕਹਿੰਦੇ ਤੀਸਰ ਰੂਪ ਸਿੱਖ ਹੈ ਮੋਰ। ਇੱਕ ਨਿਰਗੁਣ ਹੈ, ਇੱਕ ਗੁਰੂ ਸ਼ਬਦ ਹੈ, ਤੀਸਰਾ ਰੂਪ ਮੇਰਾ ਸਿੱਖ ਹੈ। ਤੀਸਰ ਰੂਪ ਸਿੱਖ ਹੈ ਮੋਰ। ਕਿਹੜਾ ਸਿੱਖ? ਮਹਾਰਾਜ ਕਹਿੰਦੇ ਗੁਰਬਾਣੀ ਰਤ ਨਿਸ ਅਰ ਭੋਰ। ਜਿਹੜਾ ਦਿਨ ਰਾਤ ਗੁਰੂ ਕੀ ਬਾਣੀ ਵਿੱਚ ਰਤਾ ਰਹਿੰਦਾ ਨਾ,
ਉਹਦੇ ਚਿਹਰੇ ਨੂੰ ਦੇਖ ਲਈ, मैं ਉਹਦੇ ਵਿੱਚੋਂ ਤੈਨੂੰ ਦਿਸਾਂਗਾ। ਹੁਣ ਇਹ मैं ਆਪਣੇ ਕੋਲੋਂ ਸ਼ਬਦ ਕੋਈ ਨਹੀਂ ਕਿਹਾ, क्योंकि सिख रहत मर्यादा विच भाई नंद लाल साहब जी नूं पढ़िया जा सकता है, गाया जा सकता है, उन्हां दी व्याख्या की जा सकती है। तीसरा रूप सिख है मोर, गुरबाणी रत निस अर भोर, जिहड़ा दिन रात बाणी रुचिया। मैं फिर उस विषय ते आउण लगा, चित्तै चित्त समाए, अपने चित्त नूं गुरु दे चित्त भी समा दे। इहनूं समझण लई एक छोटी जी उदाहरण है। ये साडा मेरा भी तजर्बा, आप सब दा, जिन्ने बैठे हो, जिन्ने घरां सुनदे हो, जिस नाल साडा चित्त लगा है ना, वो वैरी भी हो सकता है, वो मित्र भी हो सकता है। फिर बेनती है, वो साडे तो धरातल दे तौर ते दूरी ते भी हो सकता है। जिस नाल असीं चित्त जोड़ी बैठे हाँ, जो कुछ ओदी बॉडी ते वापरेगा, ओदे तन ते वापरेगा, वो साडे चित्त नूं प्रभावित जरूर करेगा। आपां इत्थे बैठे हैं, तकरीबन साडे सारे पंजाब च हैं तां सारे बाहर ही ना, ते इहदे विच कोई शक भी नहीं। याद रखियो, मैं इसनूं नैगेटिव नहीं लैंदा, सारे तुर चले ने। बुद्धिज़म केवल भारत विच रहिंदा, इहदा नामो निशान मिट जाना सी। इह ते तशद्दुद कीता, मुल्कां दे मुल्क जिहड़े ने ओह बोधी बन गए। अज गुरु गोबिंद सिंह दा परचम, गिनती साडी थोड़ी है, मैं इसनूं नहीं कहंदा सी फिरका प्रस्ती नहीं कहंदे, साडी गिनती बिल्कुल थोड़ी है, पर इस थोड़ी गिनती विच सीना इन्ना विशाल है, सारियां नूं अपने अंदर समाई बैठा है। हुण देखो, असी प्रदेश च बच्चे ने, जां अपना कोई मित्र सज्जन साडे तो दूर है, आपां बिल्कुल ठीक हाँ, बुखार कोई नहीं, टैंपरेचर कोई नहीं, कोई ब्लड प्रैशर, कोई शुगर नहीं। मान लो कि किसे बच्चे नूं, किसे बच्ची नूं, मां प्यो नूं दूर बैठिया नूं कोई मुसीबत आ जाए शरीरक तौर ते, असीं दवाई क्यों खाण लग पैंदे आ? ब्लड प्रैशर वध जाता है। घर च इत्थे कोई घटना वापर जाए, क्योंकि जिहदे नाल मेरा चित्त जुड़िया, ओहदा दुख मेरे चित्त नूं प्रभावित जरूर करेगा। फिर सुनियो, ओहदी मान लो कोई खबर नैगेटिव मिल जाए, इको दम बंदा रोटी छड्ड दिंदा है, कहना नहीं नहीं मेरे घर च आ वापर गया, सब कुछ उन्होंने भुल जाता है, क्योंकि जिहदे नाल चित्त जुड़िया होवे, ओहदी खुशी, ओहदी गमी साडे चित्त विच प्रवेश जरूर करदी है। प्यारिओ, जिहदा चित्त गुरु नाल जुड़ जाए, गुरु दे चित्त दी ताकत ओहदे विच प्रवेश कर जाती है। चित्तै चित्त समाए, अपने चित्त नूं चित्त ना समा। पिछले दिनी जदों शीशगंज साहिब मैं कथा कर रहा सी, उत्थे वखरा ही आनंद है। मैं अज भी कह रहा सा, खेड़ा साहब नूं बैठे सा, अज जिन्ना राहां ते तुसीं लंघदे पए हो ना, ये केवल इतिहासक तत्थ नहीं, सचमुच जिन्ना राहां तो गुरु लंघ गए, ते जो कुछ वापरिया इत्थे, वो एडियां वड्डियां घटनावां ने, वो इग्नोर करन वालियां नहीं। हुण सिख दा चित्त जुड़िया है। फिर सुनियो, जिहदा चित्त जुड़िया है, मैं गल कर लगा, फिजिकल तौर ते उहदा नुकसान भी हुंदा होवे, ते चित्त दा मालक जिहदे नाल जुड़िया वो सामने होवे, वो दुनिया च एक नवीं खेड वरता दिंदा। भाई मती दास जी दा चित्त, बाणी जुड़िया, शब्द जुड़िया, सारे सुनाने आ। गुरु उन्हां कहा जी मेरा मुंह गुरु चरनां वल कर दिओ, दो ही गल्लां कहीआं ना। गुरु साहब गुरु तेग बहादुर शरीर च ने, मेरा मुंह गुरु तेग बहादुर जी वल कर दिओ। दूजी गल कही, मैं जप पढ़ना चाहना। इस नुकते नूं सुनियो, जेड़ा चित्त जुड़िया, जिहदे नाल ओ पिंजरे विच मौजूद है, ते जेड़ा चित्त जोड़ के बाणी पढ़ रहा है, ओहदा फिजिकल शरीरक तौर ते उहनूं खत्म किया जा रहा है। जिहदे नाल चित्त जुड़िया, याद रखियो, ने इन्नी किरपा वरता दित्ती, उहने पिंजरे चों देखिया ते दोनां टुकड़ियां विचों जपजी दी आवाज आउण लग पई। फिर बेनती नूं बाबा जी ने वैसे पहले ही श्लोक किया, गुण गोबिंद गायो नहीं, जन्म अकारत कीन, कौ नानक हर भज मना, जे विद जल को मीन। जल को मीन मच्छी तां बंदा खा गया जी, भुन के साड़ के दे टुकड़े टुकड़े कर दिते, पर मच्छी दा चेतना असल च पानी नाल जुड़िया सी, वो बंदे दे पेट विच जाके भी पानी मंगदी पई है। मैं तुहानूं बेनती कीती, गल्लां ने रूहानी। हुण जे कोई लैबोरेटरी लिया के कहे जी सानूं सिद्ध करके दसो, रूहानियत सिद्ध नहीं हुंदी। मेरी फिर बेनती है,
आप कहोगे जी फिर नहीं, तुसी श्लोक पढ़ो, रूप ना रेख ना रंग किछ, आ वेखो त्रह गुण ते प्रभ भिन्न, ना उहदा रूप है ना रंग है, ना उहदे साडी तरह रेख ने, साडी तरह फिंगरप्रिंट कोई नहीं उहदे, ओहदियां अखां दा कोई निशान कुछ नहीं, आइडेंटिटी है ही नहीं दृष्टमान उहदी। रूप ना रेख ना रंग किछ, त्रों गुण ते प्रभ भिन्न, ते बंदा नास्तिक हैगा जे है ही नहीं, फिर लभदे किनू पायो। महाराज कहते तिसै बुझाए नानका, ये समझ देंदा उन्हां नूं। रूप कोई नहीं, रेख कोई नहीं, रंग कोई नहीं, रूप ना रेख ना रंग किस त्रों गुण ते प्रभ भिन्न, तिसै बुझाए नानका, जिस होवे सो प्रसन्न होवे, ते वो समझा देंदा जिहदा रूप रेख रंग कुछ भी नहीं पर है जरूर। तिसै बुझाए क्या है। मैं फिर बेनती करांगा, अपना चित जदों आप जी आप सारे बाणी पढ़ने, क्योंकि चित उडदा बड़ा है ना, जो कुछ नहीं चेते हुंदा। जिस बंदे नूं जिहड़ी गल भल्ली होवे ना, जिन्ना मर्जी कहे जे मैनूं चेते च नहीं आउंदी, सवेरे गुटका पड़े ते नाल ही दसन लग पैंदा मैनूं चेते आ गया जी। क्यों? क्योंकि चित जिहड़ा सब कॉन्शियस माइंड तड़फदा उदों। फिर बेनती करांगा, अपने चित नूं शब्द विच जपजी साहिब पढ़िए, अपने चित नूं गुरु नानक साहिब दा चित बहुत विशाल है, ਉਹਦੇ ਵਿੱਚ ਆਪਣੇ ਚਿੱਤ ਨੂੰ ਮਿਲਾਈਏ। ਸੁਖਮਨੀ ਸਾਹਿਬ ਪੜ੍ਹੀਏ, ਉਹਦੇ ਵਿੱਚ ਮਿਲਾਈਏ, ਤੇ ਜੋ ਕੁਝ ਬਾਣੀ 'ਚ ਪਿਆ ਹੈ ਨਾ, ਉਹ ਸਿੱਖ ਦੇ ਚਿੱਤ ਵਿੱਚ ਪ੍ਰਵੇਸ਼ ਕਰ ਜਾਏਗਾ। ਤਾਂ ਮੈਂ ਬਾਣੀ ਤੇ ਜ਼ੋਰ ਐਤਕੀ ਸ਼ੁਰੂ ਕੀਤਾ ਹੈ। ਉਂਝ ਤਾਂ ਇਤਿਹਾਸ ਦੀ ਕਥਾ ਵੀ ਆਪਾਂ ਕਰਾਂਗੇ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ, ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੇ ਸੱਚ ਧਣਾ। ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਆਪ ਸਾਰੀ ਸੰਗਤ ਨੇ ਗਾਇਆ। मैं ये अर्थ शुरू करांगा, पहला आखिरी अर्थ थोड़े जे कर देना, फिर आप सतगुरां नूं इस धरती ते नमस्कार करनी है। ये शब्द गुरु तेग बहादुर साहब ने उचारिया है, सोरठ राग दा शब्द है। ते मैं कल चमकौर साहब कहा सी, गुरमुखो इस शब्द की व्याख्या गुरु तेग बहादुर जी दियां 3 पीढ़ियां ने अपने तन ते हंडा के की है। मैं तन ते हंडा के कह रहा, दुख भी आउणा सुख भी आउणा, एक पासे सोने दे ढेर लगे होने, दूजे मिट्टी जान के सब कोई दरिया भी सट जाना। उस्तत भी खोनी, निंदिया भी खोनी। सच एवे शब्द नूं मैं भावें आखिरी अर्थ कर लगा, गुरमुखो इस शब्द ते जिवें भाई साहब कह के गए, कोई टामा टामा ते ओ भी टामा टामा। इत्थे महाराज ने यह नहीं कहा आ साधना करेगा तो उन्हें समझ पाएगी। सतगुरां ने कहा जिहदे ते गुरु किरपा करदे। इस शब्द की अखीरली तुक तो आप अर्थ लेने आ, गुर किरपा जे नर को कीनी। सुनो इस बेनती ने, गुरु जी ने जिस बंदे ते किरपा कर दी, मैं तां अखीर वाली तुक लई क्योंकि किरपा वाला ही कह सकता है, जो नर दुख में दुख नहीं माने। गुर किरपा जे नर को कीनी। सतगुरां ने अपनी किरपा जिस इंसान ते कर दी, जिस नर ते कर दी, मनुख ते कर दी, पर इसनूं लिंग नाल जोड़ के अर्थ नहीं करने, मेल फीमेल नहीं करने। ये तो नर कह दिता है, तो बंदियां नूं कह। आप जदों पाठ करते हो कदी भी गुरबाणी दोनों नूं इस्त्री लिंग पुलिंग हुण रोज पढ़ने, भई प्राप्त मानुख दे खुरिया, हाँ जी, पर ये कला बीबियां नूं थोड़ा कह दे होरिया, तां इस्त्री लिंग है ना जी, दे। पर ये दोनों होंगे। जो असीं पाठ करने कर बंदे तू बंदगी जिचर घट में साहू, पर ये दोनों नूं क्या है, इंसान शब्द वरतने। मैं बेनती करांगा, इत्थे नर लफ्ज दे अर्थ केवल मर्द रूप च नहीं करने, ये दोनों लिए इस्त्री ते भी दुख हुंदा है। गुर किरपा जे नर को कीनी, जिस नर ते, जिस मनुख ते, जिस इंसान ते, जिस आत्मा वाले ढांचे ते गुरु ने किरपा कर दी, ते यह जुगत पछानी। ते दा अर्थ उसने, ए दा अर्थ जिहड़ी उत्ते दसी गई है, तां अर्थ असीं अखीरली तुक लए ने। ते ये जुगत पछानी, जुगत दा अर्थ जिंदगी जीन दा तरीका। ते जुगत पछानी, ओनू इस जुगत दा पता लगा। ते महाराज कहने खै ते पंजां तत्तां विच नानक लीन भयो गोबिंद स्यो। लीन दा अर्थ समा गया, एक मेक हो गया। गोबिंद ये बाणी च शब्द बड़ी भी रहा है, गोविंद भी आया है, गोबिंद भी आया है। गो दा अर्थ है धरती, बिंद दा अर्थ है सहारा।
जिस नूं ये किरपा मिल गई उन्हें जुगत पहचान ली, ते जुगत पछानी नानक लीन भयो गोबिंद स्यों ज्यो पानी संग पानी। जिवें पानी पानी विच भेद हो गया, वो नर ते भगवान एक हो गए। इनू जे सलोकां च पढ़ना होवे होर सौखा है। महाराज जी ने फरमाया, जो प्राणी निस दिन भजै रूप राम ते जान, ते नर हर अंतर रही नानक साची मान। महाराज कहते जे घट सिमरन राम को सो नर मुक्ता जान। जिस अंदर परमात्मा दा सिमरन वो मुक्त है। ये जुगत की पहचानी? फिर महाराज आरंभ च कहते जो नर, जेड़ा भी इंसान, जो नर दुख में दुख नहीं माने। इस नुकते नूं गुरमुखो फिर सुनियो, ये नहीं क्या भी उहदे ते दुख नहीं आउंदा। अपनी मुश्किल ये वे, असीं ये कहने बाणी सुख दिंदी है, बाणी एक पक्ष ना सुनाइए। गुरबाणी ये भी सानू समत देंदी है कि बंदगी करन वाले ते दुखां दा पहाड़ टुट पैंदा है। दुख आउण दे बावजूद वो दुख नूं दुख समझदा ही नहीं। मैं सिर्फ अज अद्धी तुक दे इत्थे अर्थ करके जाने ने। जो नर दुख में दुख नहीं माने, पहला आखिरी अर्थ कर लिए, दुख आवे दुख नूं दुख ना मन्ने। सुख स्नेह, सुख आवे ते स्नेह दा अर्थ है मुहब्बत। सुख नूं पकड़ के ना बह भी सदा सुख ही मेरे घर रहना है। एवें झूठी लालसा च ना रहे भी आ सुख ही रहना, कदी रह सकते जी। जो नर दुख में दुख नहीं माने, सुख स्ने अर भै नहीं जाकै, कंचन माटी माने। जिन्हों डर भी नहीं, सोने ते मिट्टी नूं एक बराबर जाने। फिर बिनती, जो नर दुख में दुख नहीं माने, सुख स्ने अर भै नहीं जाकै, कंचन माटी माने। अर्थ दे तीन दिन करांगे आपां। न निंदिया न उस्तत जां कहे। दुख भी सुरत नूं भंनदा है, सुख भी सुरत नूं भंनदा है। चेते रखियो, कोई बिजनेस मिट्टी होए तां भी बंदा डिग पैंदा है, मिट्टी नूं हथ पाए ते सोना बन जाए तां भी हंकारी हो जाता है। सिर्फ अज मैं इशारे मात्र कह रहे। निंदिया होवे अंदर ढल जाता है, उस्तत होवे सच्ची मुच्ची बीमार बंदा भी बह जाता उठ के। गुरु तेग बहादुर साहब कहते पूर्ण पुरख नहीं, उस्तत होवे ते तां भी सुरत जुड़ी रहे। सारी दुनिया रज के निंदिया करे ते कदी शब्द तो हिले ना। न निंदिया न उस्तत जां कै, लोभ मोह अभिमाना। लालच तो मोह तो अभिमान तो ऊपर उठा होवे। न निंदिया न उस्तत जां कै, लोभ मोह अभिमाना। हरख सोग ते, हरखदार थे खुशी, सोगदार थे चिंता। हरख सोग ते रहे न्यारो, नाहे मान अपमाना। इज्जत हो जाए तां भी कुछ नहीं, चार बंदे मुंह ते बेइज्जती कर देन ते तां भी कुछ नहीं। बड़ी अर्थ में क्या भी मैं अर्थ कर रहा, पर ये अर्थ गुरु तेग बहादुर साहब खुद उन्हों का जीवन कर सकता है। जां कोई पहुंची कोई पवित्र आत्मा। न निंदिया न उस्तत जां कै, लोभ मोह अभिमाना। हरक सोगते रहे न्यारो, नाहे मान अपमाना। आसा मनसा, मनसा मन दे विच फुरना बनया, आ चीज मैनू मिल जाए। उस फुरने ने तेज जो रफ्तार बनाई, वो तृष्णा बन गई। ते तृष्णा ने एक आसा पैदा की, मैनू मिलेगी जरूर। महाराज कहते फुरना ही ना उठे किसी चीज का। आसा मनसा सगल त्यागे, जगते रहे निराशा। जगत विच रहे पर निर्लेप रहे। अगला बचन क्या, जगते रहे निराशा। काम क्रोध जै परसै नाइन वाहिगुरु। काम दा फुरना भी ना उठे, स्पर्श ना करे अंदर नू काम। मैं तां फुरना शब्द वरते, अंदर ख्याल ही ना पैदा होवे। काम क्रोध जै परसै नाहन। ते गुरु तेग बहादुर साहब कहते सारी दुनिया ब्रह्म ज्ञानी बनी बैठी है, जिदे अंदर काम ते क्रोध दे फुरने भी नहीं उठते, वो ही ब्रह्म ज्ञानी है। काम क्रोध जै परसै नाहन, ते घट ब्रह्म निवासा। गुर किरपा जे नर को कीनी। ये जिहड़े उत्ते गुण दसे ने, जिन्हां उत्ते गुरु ने कृपा कीती, ते ये जुगत पछानी। महाराज कहते हैं फिर वो जिउंदे जी नानक लीन भयो गोबिंद स्यों ज्यों पानी संग पानी। अस जिस जगह ते असीं बैठे हैं, भाई साहब नूं मैं कल कहा भी शब्द जरूर पढ़ियो। कल पढ़िया सी, जाको हर रंग लागो इस युग में। ऐदकी मैं अपना कह के आया शीशगंज साहब भी, परमात्मा जिंदगी बख्शे, उत्थे भी
गुरु रामदास की तरह लंमेरा समा कथा करांगे। मैं एक बेनती करा, गुरमुखो उम्र घटदी होवे ना ते नेम वधा देना चाहिए है। तुसीं दसो जदों घर नूं अग लग जाए फिर बंदे की करदे आ, भजदे आ ना। आ जिहड़े मेरे तुहाडे केस चिट्टे हो गए ने, नौजवान ही बैठे आ, इस निशानी है फसल पक चुकी है। इन्होंने ऐसा ऐसा तुसी नाम ही कट्टो, फसल पक्की नूं ना कट्टो, उन्हें अपने आप ही डिग पैना है। ते पर गुरु ग्रंथ साहब बड़ी बख्शिश करदे, निराश नहीं करते। सच है, मैं 59 शब्दों की कथा सारी कर दी बाहर अमेरिका, वो PTC ते शुरू कर देंगे जनवरी च। मैं पहला कहना महाराज वार वार मौत की गल, वार वार मौत की गल, पर सच ए वे गुरु तेग बहादुर किसी भी शब्द विच ढैंडी कला च जान ही नहीं देंगे। हुण मान लो जिन्हां दा समा निकल गया, 60 साल ते आ गए, 62 ते आ गए, 70 ते पहुंच गए, 80 ते पहुंच गए, ते पिछलियां गल्लां चेते करके कई जन हाए असां तां चंगा कुछ नहीं कीता। गुरु ग्रंथ साहिब कहंदे नैगेटिव मत सोच, जे जवानी निकल गई बुढ़ेपा ना जान दे, रैन गई मत दिन पी जाए। कबीर साहब का शब्द कह, रैन गई रात हुंदी है काली, काले हुंदे ने केस जवानी, जवानी चली गई मत दिन पी जाओ, चल तू छड़ जो चला गया, हुण ही समझोए तू बुढ़ेपे वाले दिन खाली ना जानदा, रब ये भी स्वीकार कर लेगा। रैन गई मत दिन भी जाए, भवर गए बग बैठे आए। फिर मेरी बेनती है, बाबा फरीद साहब बचपन तो लगे, कोई शक नहीं उन्हों की इबादत नूं नमस्कार। बाबा फरीद साहब के जीवन नूं मैं कहना भी इन्नी करड़ी घालना उस दरवेश ने की, पुछो कुछ नहीं। ते बेमुथाज इन्ने सन, कुछ विद्वान कहते हैं जिदन उन्हों की फौत हुई घर धन ढकण वास्ते चादर भी नहीं सी, किसी की मुथाजी नहीं की। मैं कहना इन्ने वो बेमुथाज गुरु ग्रंथ साहिब चेतों तक कहते हैं परमात्मा या खुदा मैनू जिउंदे जी किसी दे बुए दा मुथाज बनाने ही ना, इदू चंगा मेरे शरीर विचों जिंद कढ़ ली, मैं किसी दा मुथाज नहीं हो सकता। बार पर आए बैसना दूजे दे बुए ते ना बिठाई, साईं मुझे ना दे जे तू एवें रखसी ता जियो शरीरों ले। मैं आप नूं बेनती करांगा कि इस गल नूं फिर ध्यान च रख के, मैं ज्यादा डिटेल च नहीं जावांगा कि सतगुरु जी ने साडे ते किड्डी को वड्डा परोपकार कीता है। ते मैं आप नूं जिहड़ी बेनती कर लगा, उम्र घटदी होवे नेम जरूर वधाओ। कुछ नहीं करन जोगे, नहीं मन बह के नहीं मनदा पिया जे, जिन्ना समा गड्डी चलांदे हो गुरमुखों नहीं गुरु गुरु कर लो, जो करोगे वाधेगा। श्रीमान भाई वीर सिंह कहंदे हैं लगा रहे ते लगा रहो, हरदम कदे ना छोड़, लगा रहे ते लख दा हटे दा कौडी मोड़, तू लगा रहो इस पासे। महाराज गुरु गोबिंद सिंह सच्चे पातशाह, कल मैं अर्ज की चमकौर दी गढ़ी च दुनिया दा अदुੱਤੀ जंग होया 8 पोह नूं, ते ये गल चेते रखियो गुरुदेव जदों इत्थे पहुंचदे आ ते 9 पोह दी सवेर हो चुकी है। भावें चलो आप जी ने 8 पोह लिखिया, 8 पोह दी रात उतों महाराज चलदे आ। साडी पुरातन तवारी कहंदी है 9 पोह 10 पोह ते 11 पोह सतगुरु इस धरती नूं निवाज के गए आ। 3 दिन इस तरह है ना जी। 3 दिन महाराज गुरु गोबिंद सिंह हजूर सच्चे पातशाह जी दे सन्मुख 2 लाल शहीद हो गए, 3 प्यारे शहीद हो गए, होर प्यारे सिख शहीद हो गए। ते सतगुरां ने यह फैसला कर लिया कि अज जदों संध्या वेले 8 पोह नूं बाबा जुझार सिंह जी शहीद होए। कल मैं अर्ज की साहिबजादे इन्ने सोहणे सन, कले चमड़ी करके नहीं, एक तां गुरु गोबिंद सिंह जी दे लाल ते दूजे अंदर शब्द दा प्रकाश इन्ने सुंदर सन, कहंदे ने सुंदरता वाला देवता भी उन्हां नूं वेख के शर्मसार हो जांदा सी। उत्थे पुरजा पुरजा कट मरे हो। हजूर ने पुत्र नूं शहीद हुंदियां देखिया ते बापू सोहन सिंह सीतल मुताबक जदों बाबा जुझार सिंह डिगे ते उन्हां ने उच्ची आवाज विच कहा कि पराई अमान क्यों रखी है, दिती हूं सुख होए।
पुत्र पुरजा पुरजा कट मरे, मैं मरे शब्द वरत रहे, इनू अपमानजनक ना समझियो। मरदी दुनिया सारी है पर मरिया किस अर्थ है। पुरजा पुरजा पुत्र उत्थे कटिया पिया है। ते गुरु गोबिंद सिंह महाराज पुत्र नू देख के शायर दे ख्याल ने हस शहीदी पा गया जद लाल छुटेरा, अखा सामे हो गया ओ बेरा बेरा, उंगल ला के लै गया उन्हू वीर वडेरा, हाथ बन बोले सतगुरु वाह भाना तेरा, तेरा तुझको सौंपते क्या लागे मेरा, हुक्म रजाई चलना जो करे चंगेरा, पंथ वसे मैं उजड़ा मन चाओ कनेरा। गुरमुखोए पैगंबर कोई कहेगा। मैं कल भी चमकौर सभे गल कही सी, परिवार विच की हुंदा जी, पत्नी है, मां है, पुत्र ने, पोते ने, यही परिवार ना चाचे ताए। ओ गुरमुखो ऐसा पैगंबर किते मिलेगा? अपने पुत्र ओदे शहीद हो रहे ने ते साडे लई रोज अरदास कर रहे, वैगुरु सुखी बसै मोरू परवारा, सेवक सिख सब करतारा। मैं अज रिपीट किया इस गल नूं फिर, पंथ वसे मैं उजड़ा मन चाओ कनेरा, होवा तेतो सुरखरू प्रण पाल उचेरा। सीतल साहब कहते वाह वाह गोबिंद सिंह वाह तेरा जेरा। हे मेरे सतगुरु तेरे जेरे तो वध कुछ नहीं। सूरज अस्त हो गया, थोड़ा चलिए महाराज नाल सुरत नाल, जे आपां बाणी दी गल भी करांगे दोनों रल के। ते मेरी इच्छा इस करके जी इन्हां समागमां विच कोई सिख भी जे किते गुरु ग्रंथ साहिब दी संथ्या लैके पाठ करन लग पिया ना, साडा समागम सफल हो जाना है। हजूर सच्चे पातशाह, सूरज अस्त हो गया, भाई संगत सिंह, भाई संत सिंह, भाई देवा सिंह, भाई ईसर सिंह, जिन्ने सिंह ने बाकी बचे, भाई दया सिंह, भाई धर्म सिंह, भाई मान सिंह, हजूर कहंदे आ फरमाउंदे आ संध्या वेले पाठ तो बाद, कल नूं असीं रण तत्ते च आप उतरांगे, आप वधांगे, कल नूं शहादत दा जाम असीं पीआंगे। सिखां ने उत्थे बेनती कीती, मैं बेनती करा भावें साडे बहु ग्रंथां च लिखिआ है कि पंथ नूं गुरियाई दे दित्ती इत्थे। उंज वैसे दी शुरुआत तां उदी हो गई सी जदों पंजां तो हजूर ने अमृत दी दात ले लई सी। हजूर ने कहा सी कल नूं इत्थे शहादत दा जाम पीहांगे। सिखां ने बेनती कीती, साडे पुरातन ग्रंथ कहंदे आ भी गुरमता कीता गया। हजूर नूं कहा गया आप जी ने इस गड़ी नूं छड्डना ही होवेगा। गुरमुखो महाराज सच्चे पातशाह जी ने बड़ी बड़ी, मैं तां क्या जिन्ना राह तो मेरा चोजी प्रीतम लंघिया, हर घटना जुगो जुग बड़े गहरे अर्थ रखदी है। पंजां दी आवाज इत्थों दी प्लीज थोड़ा चुप कर जिओ, जे गल करनी बाहर जा सकदे हो तुसीं। हजूर सच्चे पातशाह महाराज उन्हां कहा भी छड्डांगे चमकौर दी गड़ी तीन सिख नाल, भाई दया सिंह जी प्यारे, भाई धर्म सिंह जी, भाई मान सिंह जी। सतगुरां ने भाई संगत सिंह जी, मैं लफज नहीं वरतने, साडे जात पात नहीं, रमदासीए जी, उन्हां दे सिर ते हजूर ने अपनी कलगी सजाई है। गुरमुखो मैं कहना हुन्ना, क्योंकि ते थोड़ा जिहा दो तीन गल्लां ने जिहड़ियां कई बारी कोई भाई संत सिंह जी का जिक्र किया जाता है, हजूर सच्चे पातशाह नाल बिल्कुल फेस मिलता है। तो मैं एक बार आपनूं कहा सी गुरमुखो चेहरे मिलते होण, लोकां दे दिल नहीं मिलते हुंदे। सक्के भरावां दा फेस मिलता होवे, एक दूजे नूं धोखा दे जांदे आ। भाई संगत सिंह केवल चेहरे करके नहीं मिलिया, सच ये वे भाई संगत सिंह अंदरों भी गुरु गोबिंद सिंह नाल मिले हुए ने। ये कह देना तुसी चले जाओ, ये पता सवेरे बचना नहीं। सच्ची सरकार ने भाई संगत सिंह जी दे सीस उत्ते कलगी सजाई है। भाई दया सिंह, भाई धर्म सिंह, भाई मान सिंह जी नूं कहंदे आ तारा जिहड़ा चमक रहा कि इस तारे दी सेध ते तुसी इस पासे आ जाओ, आपां जरूर मिलांगे। महाराज तुर लग्या ताड़ी मारदे आ। वेखो मैं अज भी बैठा दफ्तर च क्या इत्थे आए, ये थोड़ा सुनेहा भेजिया मेरे अजीत का संस्कार होया है कि नहीं, मेरे जुझार सिंह का संस्कार होया कि नहीं। मैं तां थोड़ा जिहा लिया, दुख आया पर दुख नूं दुख नहीं मन्निया, दुख नूं दात दे रूप स्वीकार कर लिया। हजूर सच्चे पातशाह जी चमकौर दी गड़ी तो निकलदे आ
ਤੇ ਤਿੰਨਾਂ ਸਿੱਖਾਂ ਨੂੰ ਕਹਿੰਦੇ ਆ ਇਸ ਪਾਸੇ ਆਪ ਤਾੜੀ ਮਾਰ ਕੇ ਨਿਕਲਦੇ ਆ। ਸਾਰੀ ਰਾਤ ਮਹਾਰਾਜ ਸਫ਼ਰ ਕਰਦੇ ਆ। ਯਾਦ ਰੱਖੋ 8 ਪੋਹ ਦੀ ਸਾਰੀ। ਤੇ ਇਹ ਗੱਲ ਹੋਰ ਨੋਟ ਕਰਿਓ, 6 ਪੋਹ ਦੀ ਰਾਤ ਦੇ ਚੱਲੇ ਆ। ਇੱਥੇ ਮਾਛੀਵਾੜੇ ਆ ਕੇ ਕਮਰ ਕੱਸਾ ਖੁੱਲਦਾ ਹੈ ਨਾ। 6 ਪੋਹ ਦੀ ਸਾਰੀ ਰਾਤ ਮਹਾਰਾਜ ਚੱਲਦੇ ਆਇਆ। 7 ਪੋਹ ਸਾਰਾ ਦਿਨ ਗੁਰਦੇਵ ਨੇ ਜੰਗ ਕੀਤਾ, ਕਿਉਂਕਿ ਜਦੋਂ ਸਰਸਾ ਤੋਂ ਅੱਗੇ ਜਿਹੜੇ ਪਿੰਡ ਸਨ ਆਦੇ ਰੰਗੜਾਂ ਦੇ ਸਨ, ਤੁਹਾਨੂੰ ਤੁਸੀਂ ਇਸ ਇਲਾਕੇ ਦੇ ਹੋ, ਇਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੋਕਣਾ ਚਾਹਿਆ। ਸਾਰਾ ਦਿਨ ਸੱਚ ਇਹ ਵੇ ਕਿ ਜੰਗ ਕਰਦੇ ਰਹੇ। ਕੋਟਲੇ ਨਿਹੰਗ ਖਾਂ, ਮੈਂ ਉਦਣ ਕਿਹਾ ਪੱਠਾ ਸਾਹਿਬ ਜਿੱਥੇ ਕਹਿੰਦੇ ਹੋ, ਭਾਈ ਗਨੀ ਖਾਂ ਤੇ ਭਾਈ ਨਬੀ ਖਾਂ ਨਿਹੰਗ ਖਾਂ ਦੀ ਭੂਆ ਦੇ ਪੁੱਤਰ ਨੇ। ਆਪ ਜੀ ਨੂੰ ਪਤਾ ਹੋਣਾ ਸ਼ਾਇਦ, ਗੁਰੂ ਕੀਆਂ ਸਾਖੀਆਂ ਚ ਲਿਖਿਆ ਗਨੀ ਖਾਂ ਨਬੀ ਖਾਂ ਚੌਧਰੀ ਨਿਹੰਗ ਖਾਂ ਦੀ ਫੁੱਫੀ ਉਮਰੀ ਦੇ ਪੁੱਤਰ ਨੇ। ਜੋ ਸਾਖੀਆਂ ਲਿਖਿਆ ਉਹਨਾਂ ਦੇ ਭੂਆ ਦੇ ਪੁੱਤ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਿਹੰਗ ਖਾਂ ਦਾ ਪੁੱਤਰ ਆਲਮ ਖਾਂ, ਸੱਚ ਇਹ ਵੇ ਇਹ ਚਮਕੌਰ ਸਾਹਿਬ ਵਾਲੇ ਰਾਹ ਤੋਰ ਉੱਤੇ ਅੱਗੇ ਆਉਂਦਾ ਮਹਾਰਾਜ, ਇਸ ਤਰ੍ਹਾਂ ਇਧਰੋਂ ਨਿਕਲੋ। ਸੱਚੇ ਪਾਤਸ਼ਾਹ ਮਹਾਰਾਜ 6 ਪੋਹ ਦੀ ਰਾਤ ਨਿਕਲੇ ਆ, ਕੁਝ ਖਾਣ ਨੂੰ ਨਹੀਂ। 7 ਪੋਹ ਦਾ ਸਾਰਾ ਦਿਨ ਯੁੱਧ ਲੜਿਆ। 7 ਪੋਹ ਦੀ ਰਾਤ ਚਮਕੌਰ ਦੀ ਗੜੀ ਚ ਆਏ। ਗੁਰਮੁਖੋ 7 ਪੋਹ ਦੀ ਰਾਤ ਵੀ ਕੁਛ ਨਹੀਂ ਮਿਲਿਆ। ਕਿ ਠੀਕ ਹੈ ਕਿ ਜਦੋਂ ਗੜੀ ਸਿਰਫ ਦਰਵਾਜ਼ਾ ਖੁੱਲਦਾ, 8 ਪੋਹ ਦਾ ਸਾਰਾ ਦਿਨ ਜੰਗ ਹੁੰਦਾ ਹੈ। 8 ਪੋਹ ਨੂੰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਬਾਅਦ ਗੜੀ ਵਿੱਚ ਕੋਈ ਸ਼ਿਕਾਨ ਲਈ ਜਾ ਹੀ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਰਾਤ ਤੁਰਦੇ ਆ। ਤੇ ਜਿਸ ਥਾਂ ਤੇ ਤੁਸੀਂ ਬੈਠੇ ਹੋ ਨਾ, ਸੁਰਤ ਨਾਲ ਧਿਆਨ ਟਿਕਾ ਕੇ ਦੇਖੋ, ਜੰਗਲ ਹੈ, ਚੋਲਾ ਪਾਟਿਆ ਹੋਇਆ ਹੈ, ਪਿੰਜਣੀਆਂ ਤੋਂ ਥੱਲੇ ਹਜ਼ੂਰ ਦੇ ਸਾਰਾ ਜਿਹੜਾ ਜਿਸਮ ਹੈ ਝਰੀਟਾਂ ਨੇ, ਖੂਨ ਹੈ, ਤਲੀਆਂ ਲਾਲ ਹੋ ਚੁੱਕੀਆਂ ਨੇ, ਨੀਲੀਆਂ ਹੋ ਚੁੱਕੀਆਂ ਨੇ, ਵਿੱਚ ਕੰਡੇ ਨੇ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਤੋਂ ਨਿਕਲ ਕੇ ਇਸ ਜਗ੍ਹਾ ਤੇ ਹੁੰਦੇ ਆ। ਥੋੜੇ ਜਿਹੇ ਅਸੀਂ ਸੁਰਤ ਨਾਲ ਦਰਸ਼ਨ ਕਰੀਏ। ਹਜ਼ੂਰ ਸੱਚੇ ਪਾਤਸ਼ਾਹ ਪਹਿਲਾਂ ਐਸ ਖੂਹ ਤੇ ਹੁੰਦੇ ਆ ਜਿੱਥੇ ਤੇ ਦੇਸ਼ ਪ੍ਰਦੇਸ਼ ਸੰਗਤ ਸੁਣ ਰਹੀ ਹੈ। ਮੈਂ ਇਸ ਕਰਕੇ ਕਹਿ ਰਿਹਾ ਵੀ ਵਰਤਮਾਨ ਵੀ ਦੇਖੀਏ, ਉਹਨਾਂ ਨੂੰ ਟੀਵੀ ਅੱਗੇ ਬੈਠਿਆਂ ਵੀ ਮਹਿਸੂਸ ਹੋਵੇ ਕਿ ਅਸੀਂ ਚਰਨ ਕਮਲ ਦੀ ਹਾਜ਼ਰੀ ਭਰ ਰਹੇ ਹਾਂ। ਮਹਾਰਾਜ ਇਸ ਖੂਹ ਤੇ ਹੁੰਦੇ ਆ। ਟਿੰਡ ਖੋਲ ਕੇ ਪਾਣੀ ਪੀਤਾ ਜਾਂਦਾ ਇੱਥੋਂ ਸੱਚੇ ਪਾਤਸ਼ਾਹ ਟਿੰਡ ਲੈ ਕੇ ਜੰਡ ਦੇ ਥੱਲੇ ਜਾਂਦੇ ਆ, ਕਿਉਂਕਿ ਟਿੰਡ ਦਾ ਸਰਾਣਾ ਕੀਤਾ ਨਾ। ਕਈ ਸੱਜਣ ਇੱਟ ਦਾ ਕਹਿੰਦੇ ਆ। ਇਹ ਸੱਚੀ ਮੁੱਚੀ ਜਿਹੜੀ ਪੇਂਟਿੰਗ ਹੈ ਭਾਈ ਸਾਹਿਬ ਬੈਠੇ ਹੈ ਇਸੇ ਤਰ੍ਹਾਂ ਮਾਰਾ, ਇਤਿਹਾਸ ਕਹਿੰਦਾ ਇਸੇ ਤਰ੍ਹਾਂ ਲੇਟੇ ਆ। ਟਿੰਡ ਇੱਥੋਂ ਲਈ ਹੈ, ਟਿੰਡ ਦਾ ਸਰਾਣਾ ਕੀਤਾ ਹੈ ਤੇ ਹਜ਼ੂਰ ਜੰਡ ਦੇ ਥੱਲੇ ਜਾ ਕੇ ਲੇਟ ਜਾਂਦੇ ਆ। ਪਿਛਲੇ ਪਾਸੇ ਜੰਗਲ ਹੈ, ਜਿੱਥੇ ਲੋਟੇ ਲੇਟਿਆ ਪਿੱਛੇ ਜੰਗਲ ਹੈ। ਇੱਧਰ ਭਾਈ ਗੁਲਾਬੇ ਦਾ ਬਾਗ ਹੈ, ਪੰਜਾਬਾ ਗੁਲਾਬਾ। ਭਾਈ ਗੁਲਾਬਾ ਮਸੰਦ ਨੇ ਕਿਰਤ ਕਰਨ ਲੱਗ ਪਏ ਆ, ਮਸੰਦ ਪੂਣਾ ਛੱਡ ਦਿੱਤਾ ਉਹਨਾਂ। ਉੱਥੇ ਹਜ਼ੂਰ ਜਦੋਂ ਲੇਟਦੇ ਆ, ਭਾਈ ਵੀਰ ਸਿੰਘ ਲਿਖਦੇ ਆ ਮਹਾਰਾਜ ਦੇ ਕਮਰ ਕੱਸੇ ਦੇ ਉੱਤੇ ਇੱਕ ਪਤਲੇ ਰੰਗ ਦਾ ਲੀੜਾ ਸੀ ਜਿਹੜਾ ਉੱਤੇ ਬੰਨਿਆ ਹੋਇਆ ਸੀ। ਉਸ ਕਮਰ ਕੱਸੇ ਨੂੰ ਹਜ਼ੂਰ ਉੱਪਰ ਵਾਲੇ ਬਸਤਰ ਨੂੰ ਖੋਲਦੇ ਆ, ਟਿੰਡ ਨੂੰ ਐਸ ਹੱਥ ਰੱਖਦੇ ਆ, ਖੱਬਾ ਪਾਸਾ ਥੱਲੇ ਕਰਦੇ ਆ, ਸੱਜਾ ਪਾਸਾ ਉੱਤੇ ਕਰਦੇ ਆ। ਉਸ ਕਮਰ ਕੱਸੇ ਦੇ ਕੱਪੜੇ ਨੂੰ ਖੋਲ ਕੇ, ਪਤਲੇ ਜਿਹੇ ਕੱਪੜੇ ਨੂੰ ਸਤਿਗੁਰੂ ਆਪਣੇ ਚਿਹਰੇ ਦੇ ਉੱਤੇ ਦੇ ਦਿੰਦੇ ਆ। ਜਿਹੜੀ ਸ੍ਰੀ ਸਾਹਿਬ ਹੈ ਇਸੇ ਤਰ੍ਹਾਂ ਬਿਲਕੁਲ ਹਜ਼ੂਰ ਨੇ ਪਕੜ ਕੇ ਰੱਖੀ ਹੈ, ਕਿਉਂਕਿ ਪਿਛਲੇ ਪਾਸੇ ਜੰਗਲ ਹੈ, ਉਧਰੋਂ ਥੋੜਾ ਜਿਹਾ ਰਾਹ ਹੈ, ਤੇ ਜੇ ਕੋਈ ਅਚਨਚੇਤ ਹਮਲਾ ਕਰ ਜਾਏ ਤੇ ਧਿਆਨ ਉਧਰ ਹੈ, ਇੱਕੋ ਦਮ ਸ੍ਰੀ ਸਾਹਿਬ ਤਾਣ ਕੇ ਉਹਦਾ ਮੁਕਾਬਲਾ ਕਰ ਸਕਣ। ਮੈਂ ਆਪ ਨੂੰ ਇੱਥੇ ਇੱਕ ਬੇਨਤੀ ਕਰਨੀ ਚਾਹਨਾ, ਸਾਖੀ ਨਹੀਂ ਕੇਵਲ ਇਸ ਵਿੱਚ ਕਿੰਨੀ ਕੁ ਵੱਡੀ ਗੁਰਸਿੱਖੀ ਦੀ ਸਤਿਗੁਰੂ ਨੇ ਦਾਤ ਭਰ ਦਿੱਤੀ। ਏਡਾ ਵੱਡਾ ਦੁੱਖ ਆ ਟੱਠਾ ਹੈ, ਭੁੱਖਣ ਭਾਣੇ ਨੇ, ਪੁੱਤਰ ਸ਼ਹੀਦ ਹੋ ਗਏ ਨੇ, ਆਨੰਦਪੁਰ ਸਾਹਿਬ ਉਜਾੜ ਦਿੱਤਾ, ਛੋਟੇ ਬੱਚਿਆਂ ਦਾ, ਮਾਂ ਦਾ, ਮਹਿਲਾਂ ਦਾ ਪਤਾ ਨਹੀਂ। ਮੈਂ ਇਤਿਹਾਸ ਕਹਿੰਦਾ ਇੱਥੋਂ ਤੱਕ ਕਿ ਮਹਾਰਾਜ ਦਾ ਕਸ਼ਹਿਰੇ ਦਾ ਪਹੁੰਚਾ ਜੁੜ ਗਿਆ ਸੀ ਬਿਲਕੁਲ ਸਕਿਨ ਨਾਲ। ਭਾਈ ਮਾਨ ਸਿੰਘ ਨੇ ਜਦੋਂ ਇਸ਼ਨਾਨ ਕਰਾਇਆ ਅੱਗੇ ਬੇਨਤੀ ਕਰਨਾ, ਪਰ ਜਦੋਂ ਸਤਿਗੁਰੂ ਜ਼ਫਰਨਾਮਾ ਲਿਖਦੇ ਆ, ਕਿਉਂਕਿ ਇੱਕ ਚਿੱਠੀ ਵਿਦਵਾਨ ਕਹਿੰਦੇ ਨੇ ਮਾਛੀਵਾੜੇ ਤੋਂ ਲਿਖੀ ਗਈ ਹੈ, ਉਹਨੂੰ ਫਤਿਹਨਾਮਾ ਕਹਿੰਦੇ ਆ। 23.5 ਸ਼ੇਰ ਨੇ ਉਹਦੇ, ਮੁਕੰਮਲ ਨਹੀਂ। ਉਹ ਸ਼ੇਰ ਜਿਹੜੇ ਨੇ ਉਹ ਫਤਿਹਨਾਮਾ ਜਿਹੜਾ ਹੈ
वो बाबा समੇਰ ਸਿੰਘ जी ਕੋਲ ਸੀ पटना साहिब। कागज गवाच गया, जिन्ना को चेते से उन्होंने खालसा ट्रैक्ट सोसाइटी भाई वीर सिंह जी ने छापिया। वो तां कहा जाता फतेहनामा, ਉਹਦੇ ਵਿੱਚ हजूर अपने 2 पुत्रां की शहादत का जिक्र करते हैं। ਇਹਦਾ मतलब विद्वान कहते हैं माछीवाड़े की धरती तो लिखा गया। हुण जदों असीं जफरनामा पढ़ने सारे असीं कहने झरीटां आईयां कंडे चुभे, इस तरह कह ना मैं भी कह ते मानना आपां भी मानने। गुरु गोबिंद सिंह जी ते ए बारमुखी दुख टट्ठा, पर दुख नूं दुख नहीं मन्निया। जफरनामा लिखदियां कहंदे ने औरंगजेब मैं गड़ी चो इस तरह निकलिया, मेरा वाल भी कोई नहीं विंगा कर सकिया, मेरे शरीर नूं कुछ भी नहीं होया, झरीट नहीं आई। हुण ध्यान नाल सुनियो, हिस्टरी कहंदी कहे सी सारे में उन्हें कहा जी जामा लीरो लीर सी, खून वग रहा सी, हजूर दे चरण जेड़े ने छाले हो चुके सन, पर महाराज कहते ना पेचीदे मूवे ना रंजीदा तन। 44 नंबर शेर है जफरनामे दा, जेड़ा मालवे की धरती तो लिखा गया। थोड़े जे मैं ये अर्थ कर देना। ना पेचीदे मूवे, फारसी विच मूवे का लफ्जी अर्थ हुंदा केस वाल, पेचीदे का अर्थ हुंदा टेढ़ा विंगा। हजूर कहते ना पेचीदे मूवे, मैं गड़ी चो निकलिया मेरा वाल भी विंगा नहीं होया होए। हुण दुनियादार लोकां नूं दसी होए, पुत्रां दियां लाशां कोलों लंघे, सिखां दियां लाशां कोलों लंघे, पुत्रां दे टुकड़े टुकड़े हुंदे देखे, दुख आया पर दुख नूं दुख नहीं मन्निया। कहन लगे मेरा वाल भी विंगा नहीं होया, कुछ नहीं मेरा बिगड़िया। ना पेचीदे मूवे, अगला है ना रंजीदा तन, रंज जी शब्द वरतने दुख कष्ट। ना मेरे शरीर ते कोई कष्ट आया, ना मेरा वाल विंगा होया। ते महाराज कहते ना पेचीदे मूवे ना रंजीदा तन के बिरू, बिरू एक हुंदा बारमुखी, के बिरू खुदावर्त दुश्मन शिकन, ये दूजी सतर। मैं अर्थ थोड़ी जे कर देना। के बिरू, बिरू का अर्थ है बाहर कढ़ना, के बिरू खुद आवर्द। उंज कई सज्जना ने कट्ठा पाठ लिखा खुदावर्द, असल च पाठ गुरमुखे कर दिया खुद आवर्द। खुद का अर्थ है खुद रब, आवर्द का अर्थ है आउणा। वो कहते तू मैनू की मार सकना होए, मेरा वाल भी विंगा नहीं होया, मेरे तन नूं झरीट भी कोई नहीं आ गई, मैनू रब आप उथों कड्ढण वास्ते आ गया। एडा वड्डा भरोसा। ना पेचीदे मूवे ना रंजीदा तन के बिरू खुदावर्त दुश्मन शिकन। शिकन का अर्थ है मारन वाला, दुष्टां दा दमन करने वाला। खुदा मैनू उत्थे कड्ढण वास्ते आ गया, मेरा कुछ भी नहीं बिगड़िया। गुरमुख हुण सुनियो, दुख आया, रौला थोड़ा पाया मैनू दुख आ गया। दुख आया कहने मैनू कुछ भी नहीं होया, मेरा वाल भी विंगा नहीं होया। हजूर सच्चे पातशाह याद रखियो, सब कुछ बाणी दस दी। आप कहांगे जी मैं उन्हें क्या इन्ने दिनों के भुखे ने, इन्ने दिनों के प्यासे ने, आप टिंड खोल के पानी पींदे पे ने, जिहदे सिर दे उत्ते प्रसादी खाती चौर करता है, जेड़ा एक अलथा करदा है ग्रंथ दा, ते 60,000 टका उन्होंने इनाम दिंदा पिया सतगुरु। जिहदे घर विच पंगतां लगदियां ने, 36 प्रकार दे लंगर सजदे आ, अगे पिछे सेवादार ने समा आया, वो नंगे चरण इस खूह तो टिंड खोल के पानी पींदे पे आ। सानू समझा के गया भी दुख नूं दुख नहीं मनना। मैं फिर भी तुहानूं क्या जिहदे ते, और आप तां परमात्मा सन। हजूर सच्चे पातशाह जी ने टिंड खोली, इत्थे जमीन ते हजूर लेट गए, ठंडी ठंडी हवा चलती पई है। ते वेखो पिछले साल असीं थोड़ा जिहा पहला प्रोग्राम कर लिया, ते पर स्वाद ना आया उन्हां अंदर। परसों तक ठंड नहीं सी, आ देखो अज ही इकोदम सीत चल पई। ये सीत महसूस करांदी है गुरु गोबिंद सिंह किवें इत्थों लंघ के गए। हजूर सच्चे पातशाह जमीन ते लेटे आ, श्री साहब सीने नाल लाई। ते मैं हर साल सुनाना गुलस्त्रान जेड़ा महाराज अजकल दे रिंग की तरह जी है ना गोल, वो अंगूठे ते पाया है। वो इस करके पाया है क्योंकि उन्होंने तीर खिंचते सन। उंज वैसे गुरु गोबिंद सिंह महाराज दोनों हाथों नाल तीर चलाते सन। नदौन की जंग विच मैं एक दिन क्या वो जिक्र करते हैं महाराज, सतगुरु कहते हैं पहला मैं तुपक बंदूक चलाई, बंदूक नूं छड्डिया,
4 तीर मैं सज्जे हाथ नाल खिंच के चलाए ते 3 तीर मैं खब्बे नाल चलाए। जिन्नी पकड़ हजूर दी सज्जे हाथ दी सी ना, इन्नी ताकत नाल खब्बे हाथ नाल चलांदे सन। पर ज्यादातर गुलशतरान सज्जे हाथ विच तिन्ने सिंह तुरे आउंदे आ, उथों वख-वख तुरे आ, इत्थे इकट्ठे हो गए। इत्थे गुलाबे दा नौकर सी, इत्थे तिन्ने सिख जदों लंघदे पे आ, श्रीमान भाई साहब भाई दया सिंह भाई मान सिंह कहंदे ने, पता नहीं चित नहीं करदा अगे पैर पुट्टन नूं। सच्चे पातशाह इत्थे ने किते। गुरमुखो दिलां नूं दिलां दे राह हुंदे आ, दिल सब कुछ जान लैंदा। चित नहीं करदा इत्थों निकल नूं। ये सतगुरु जी इत्थे ने किते, क्योंकि मर्ज कीती जंगल सी ये जिथे महाराज लेटे होया। इन्नी देर नूं नौकर हुंदा है गुलाबे दा। तो ये भी शब्द कहंदा है कि जिस तरह तुसी हो, इहो जिहा लिबास वाले एक होर भी ने, उत्थे आराम करदे पिया, विश्राम कर रहा। इक्को दम अंदर खेड़े चला गया। तिन्ने सिख इक्को दम दौड़े, भाई दया सिंह भाई धर्म सिंह भाई मान सिंह जी। ते मैं कहना गुरमुखो, उन्हां गुर सिखां दे चरनां च शत शत नमन। इत्थे तां सक्के भी दुख पै छड़ जांदे ने, वो मुसीबत दे डिगे हुए पहाड़ विच भी सतगुरु नूं लभदे पए आ। वो कन्नी कतरा कह भी सकदे तुरेगी जी, लब्भा कुछ नहीं जी। इक्को दम तिन्ने दौड़ के गए, सामने देखा हजूर विश्राम करते पे ने, सीत वगदी पई है। हे धरती दे भार करन वाले दाता, अजित अडिग अडोल, हर एक सोग तो ऊपर उठे हुए दाता, तुसी एक नजर भर के देख दो सो ते गरीबां नूं शहनशाह बना दिंदे हो। अज मेरा सतगुरु चरनां च जोड़ा नहीं, सीस दे उत्ते कलगी तां दे आए भाई संगत सिंह जी नूं, घोड़ा भी नहीं। हजूर नूं देखिया, इक्को दम भाई दया सिंह इशारा कर दिया, रुक जाओ। इहदा मतलब अंदर कहंदा है किन्ने दिनां दे थके ने, शरीरक तौर ते मैं कह रहा, किन्ने दिनां दे थके ने। उच्ची आवाज ना दिओ, इन्हां नूं थोड़ा जिहा सौं लैण दिओ। सतगुरां दे चरनां दीयां तलियां जदों सिद्धियां सन, नील पए आ। भाई मान सिंह इतिहास कहंदा है, इहनूं नैगेटिव नहीं लेना भी रो क्यों पिया। अडिग बंदा, अडोल बंदा भाई मान सिंह। सतगुरु दे चरण वेख के उतों रिहा नहीं गया, इक्को दम झुके ते सतगुरु दे चरण उन्हां ने पकड़ लए। वो जिवें मुठा चापी करदे आ, पलोस दे तलियां नूं सतगुरु जदों छूया, इक्को दम जिवें बिजली की तेजी तरह इक्को दम हजूर उठ पे। श्री साहिब तानी ते सामने तिन्ने खलोते सन। इतिहास कहता तिन्ना नूं वारी वारी घुट के सीने न लाया। एक मेरी बेनती सुनियो, गुरसिखो, सिख नूं तां कहने नहीं सी चाहिए वो दाड़ी रख लो अमृत छक लै। पुत्रां कोलों लंघिया, बाबा अजीत सिंह जुझार सिंह उत्ते कपड़ा नहीं जे पांदे पे। जदों तिन्ने सिख मिलदे, पुत्रां तो वध प्यार दे के उन्होंने सीने न लांदे पे। भाई दया सिंह ने सीने न लाया, भाई धर्म सिंह जी ने लाया, भाई मान सिंह जी ने लाया। नाल कहंदे आ मिले हो तुसीं, प्यास लगी है, पानी पीना चाहते हैं। देखो कैसी कैसे केड़ा किन्ना बड़ा दुख टुटिया। मैं फिर शब्द वरतन लगा, मैं आपनूं क्या ये जो नर दुख मैं दुख नहीं माने। असीं कथा वालियां हज़ारां वारी कथा कीती, जे 3 पीढ़ियां इसनूं जिया है तो गुरु तेग बहादुर दे परिवार ने जिया है। सतगुरु कहंदे ने प्यास लगी है, ते नाले कहंदे आ देखो देखो इत्थे भाई साहब ने लिखिया, वीर सिंह जी कहंदे ने कोई नहीं, ये इंज लगदा अपणियां दी थां है किसे दी। हजूर सच्चे पातशाह उन्होंने फिर भाई मान सिंह अपने मोढियां ते चुकदे आ। कुछ तां कहंदे आ घर तक ले गए, पर तुसीं जो इत्थों दी रवायत है उत्थों चुक के हजूर नूं फिर खूह ते लैके आउंदे आ। इत्थे फिर महाराज कहंदे इस तरह करो, वो इत्थे जिक्र करदे आ भी कंध दा छोटी दा, कहंदे इहदे पिछे अपना
आराम करो। जे कोई दुश्मन आएगा ਇਹਦਾ ਓਟ ਲਾ ਕੇ ਮੋਰਚਾ ਬਣਾ ਕੇ ਇੱਥੇ ਡਟ ਜਾਾਂਗੇ, ਨਹੀਂ ਤੇ ਇੱਥੇ ਆਰਾਮ ਕਰੋ। ਇਹ ਫਿਰ ਨੌਕਰ ਜਾਂਦਾ ਹੈ ਘਰ, ਉੱਥੇ ਜਾ ਕੇ ਗੁਲਾਬੇ ਨੂੰ ਦੱਸਦਾ ਹੈ ਆਪਣੇ ਬਾਗ ਦੇ ਵਿੱਚ ਅੱਜ ਨੂਰਾਨੀ ਚਿਹਰਾ ਆਇਆ ਹੈ। ਦਰਸ਼ਨ ਕਰਕੇ ਗਿਆ। ਤਿੰਨ ਹੋਰ ਵੀ ਨੇ ਨਾਲ ਉਹਨਾਂ ਦੇ, ਉਹ ਫਿਰ ਘਰੋਂ ਆਉਂਦੇ ਆ ਤੇ ਸਾਡਾ ਇਤਿਹਾਸ ਕਹਿੰਦਾ ਉਹ ਫਿਰ ਘਰੋਂ ਦੁੱਧ ਲੈ ਕੇ ਆਉਂਦੇ ਆ, ਦੁੱਧ 'ਚ ਛੁਹਾਰੇ ਪਾ ਕੇ ਸੱਚੇ ਪਾਤਸ਼ਾਹ ਨੂੰ ਇੱਥੇ ਛਕਾਉਂਦੇ ਆ। ਦਿਨ ਸਾਰਾ ਦਿਨ ਮਹਾਰਾਜ ਇੱਥੇ ਰਹੇ ਆ। ਜਿੰਨਾ ਕੁ ਮੈਂ ਪੜ੍ਹਿਆ ਕਿ ਮੇਰੇ ਪੜ੍ਹੇਦਾਰ ਦਾਵਾ ਨਹੀਂ ਹੈਗਾ, ਇੱਥੇ ਸ਼ਾਮ ਨੂੰ ਮਹਾਰਾਜ ਘਰ ਨੂੰ ਜਾਂਦੇ ਆ। ਇੱਥੇ ਸਤਿਗੁਰੂ ਫਿਰ ਗੁਲਾਬਾ ਤੇ ਪੰਜਾਬਾ ਤੇ ਨੌਕਰ ਸੇਵਾ 'ਚ ਖਲੋ ਜਾਂਦੇ ਆ ਪਹਿਰੇਦਾਰ ਦੇ। ਇੱਥੇ ਫਿਰ ਸਤਿਗੁਰੂ ਵਿਸ਼ਰਾਮ ਕਰਦੇ ਆ ਦਿਨੇ। ਮੈਂ ਆਪ ਨੂੰ ਇੱਥੇ ਇੱਕ ਬੇਨਤੀ ਕਰਨੀ, ਇੱਕ ਹੋਰ ਥੋੜਾ ਜਿਹਾ ਨੂੰ ਆਪਾਂ ਧਿਆਨ 'ਚ ਲੈ ਕੇ ਤੁਰੀਏ। ਕੁਛ ਨਹੀਂ ਪੱਲੇ, ਪੱਲੇ ਦਾ ਮਤਲਬ ਸੰਸਾਰੀ ਤੌਰ ਤੇ ਕੁਛ ਵੀ ਨਹੀਂ ਦਿਸਦਾ ਪਿਆ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਪੜ੍ਹੀ ਦੀ ਹੈ ਸਾਡੇ ਵਰਗਿਆਂ ਦੇ ਮਨ ਢਹਿ ਜਾਂਦੇ ਆ। ਹਜ਼ੂਰ ਕਹਿੰਦੇ ਆ ਔਰੰਗਜ਼ੇਬ ਮੇਰੇ ਤੇ ਇਹ ਵੀ ਸਮਾਂ ਆਇਆ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਚਾਰ ਚੀਜ਼ਾਂ। ਸਾਜ਼ ਸਮਾਨ ਕੋਈ ਨਹੀਂ, ਫੌਜ ਕੋਈ ਨਹੀਂ, ਮੇਰੇ ਕੋਲ ਇੱਥੋਂ ਤੱਕ ਕਿ ਜ਼ਮੀਨ ਤੇ ਵਿਛਾਉਣਾ ਕਰਨ ਵਾਸਤੇ ਵੀ ਕੁਝ ਨਹੀਂ। ਬਸ ਪੱਕੀ ਜ਼ਮੀਨ ਤੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਖੁਦਾਵੰਦ ਬਖਸ਼ੰਦ ਹੈ ਐਸ਼ੋ ਅਰਸ਼। ਉਹ ਯਾਦ ਰੱਖੀ ਮੈਂ ਫਰਸ਼ ਤੋਂ ਬਿਨਾ, ਫੌਜ ਤੋਂ ਬਿਨਾ, ਬਾਜ ਤੋਂ ਬਿਨਾ ਕੱਲਾ ਬੈਠਾ ਵਾਂ, ਪਰ ਮੇਰੇ ਸੀਨੇ 'ਚ ਰੱਬ ਨੇ ਜਿਹੜਾ ਰੂਹਾਨੀਅਤ ਦਾ ਅਰਸ਼ਾਂ ਦਾ ਸੁੱਖ ਦਿੱਤਾ ਉਹਨੂੰ ਦੁਨੀਆ ਦੀ ਕੋਈ ਤਾਕਤ ਵੀ ਨਹੀਂ ਖੋ ਸਕਦੀ। ਤੇ ਜੇ ਇਹਨੂੰ ਹੁਣ ਗੁਰੂ ਗ੍ਰੰਥ ਸਾਹਿਬ 'ਚ ਪੜ੍ਹੋ ਤੇ ਗੁਰੂ ਅਰਜਨ ਦੇਵ ਦਾ ਬਚਨ ਹੈ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੈ ਸੰਗ ਸੂਖ ਬਿਹਾਤ। ਇੱਕ ਖਿੰਨ ਲੱਗਾ ਏਡੀ ਡੋਲ ਸੁਰਤ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਫਿਰ ਸਦ ਅਖਿਆਲ ਪਾਤਸ਼ਾਹੀ 10ਵੀਂ। ਵੈਸੇ ਮੈਂ ਬੇਨਤੀ ਕਰਾਂਗਾ, ਖਿਆਲ ਇੱਕ ਗਾਇਕੀ ਹੈ। ਉਂਝ ਖਿਆਲ ਦਾ ਅਰਥ ਵਿਚਾਰ, ਧਿਆਨ, ਸੰਕਲਪ, ਫੁਰਨਾਕ ਹੈ। ਕਿਹੋ ਜਿਹਾ ਵਜਦ ਵਿੱਚ ਆਏ ਆਪਣੇ ਪਿਆਰੇ ਪ੍ਰੀਤਮ ਨੂੰ ਸੁਨੇਹਾ ਪੈ ਦਿੰਦੇ ਆ ਤੇ ਸੁਨੇਹਾ ਦੇ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੇ ਯਾਦ ਰੱਖਿਓ ਜਿਹੜੀਆਂ ਉਦਾਹਰਨਾਂ ਵਿੱਚ ਵਰਤੀਆਂ ਨੇ ਉਹ ਸਰਦੀ ਨਾਲ ਸੰਬੰਧਿਤ ਨੇ। ਮੈਂ ਉਹਨਾਂ ਲੋਕਾਂ ਦਾ ਜਵਾਬ ਨਹੀਂ ਦੇਣ ਲੱਗਾ ਜਿਨ੍ਹਾਂ ਨੂੰ ਨਹੀਂ, ਚਲੋ ਆਪੋ ਆਪਣੇ ਉਹਨਾਂ ਦੇ ਖਿਆਲ ਨੇ। ਗਰਮੀ ਪੈਂਦੀ, ਸਿਆਲ ਪੈਂਦਾ, ਲੋਕ ਰਜਾਈਆਂ 'ਚ ਰਹਿੰਦੇ ਆ, ਘਰਾਂ 'ਚ ਰਹਿੰਦੇ ਆ। ਕਈ ਬੰਦੇ ਪਿਆਲਿਆਂ ਤੇ ਸੁਰਾਹੀਆਂ ਦੀ ਨਸ਼ਿਆਂ ਦੀ ਵਰਤੋਂ ਵੀ ਕਰਦੇ ਆ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਖਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਅੱਜ ਨਿਵਾਸ ਕਿਲਾ ਕੋਈ ਨਹੀਂ। ਤੇ ਮੈਂ ਆਪ ਨੂੰ ਕਿਹਾ ਪਤਲਾ ਜਿਹਾ ਇੱਕ ਦੁਪੱਟਾ ਕਹਿ ਲੋ, ਸਿਰਫ ਉਹੀ ਚਿਹਰੇ ਤੇ ਪਾਇਆ। ਕਹਿੰਦੇ ਪ੍ਰਮਾਤਮਾ ਤੇਰਾ ਸਿਮਰਨ ਹੋਵੇ, ਤੇਰੀ ਬੰਦਗੀ ਹੋਵੇ, ਕੁਛ ਵੀ ਨਾ ਹੋਵੇ, ਨਾ ਕੱਪੜਾ ਹੋਵੇ, ਨਾ ਘਰ ਹੋਵੇ, ਨਾ ਮਹਿਲ ਹੋਵੇ, ਨਾ ਰਜਾਈ ਹੋਵੇ, ਤੇਰੇ ਤੋਂ ਬਿਨਾ ਰਜਾਈਆਂ ਵੀ ਸੌਣਾ ਇਸ ਤਰ੍ਹਾਂ ਜਿਵੇਂ ਰੋਗ ਲੱਗ ਜਾਂਦੇ ਆ। ਮੈਂ ਫਿਰ ਕਿਤੇ ਸਮਾਂ ਮਿਲਿਆ ਇਹਨੂੰ ਪੂਰੀ ਡਿਟੇਲ ਨਾਲ ਆਪਾਂ ਖੁੱਲ ਕੇ ਗੱਲ ਕਰਾਂਗੇ। ਅੱਜ ਮੈਂ ਸਮੇਂ ਦੇ ਲਿਹਾਜ਼ ਨਾਲ, ਕਿਉਂਕਿ ਸੰਗਤ ਨੇ ਜਾਣਾ ਹੁੰਦਾ ਦੂਰ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਜਿਹਨੂੰ ਆਪ ਕਹਿ ਸਕਦੇ ਹੋ ਹਰ ਬਿਨ ਜੀਓ ਜਲ ਬਲ ਜਾਓ, ਜਿਹਨੂੰ ਆਪਾਂ ਕਹਿ ਸਕਨੇ ਆ ਕਿ ਧਣੀ ਵਿਖੂਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਮਹਾਰਾਜ ਜੀ ਨੇ ਕਿਹਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੱਪਾਂ ਦੇ ਵਿੱਚ ਰਹਿਣਾ, ਤੇਰੀ ਬੰਦਗੀ ਛੱਡ ਕੇ ਵੱਡੇ ਮਹੱਲਾਂ 'ਚ ਰਹਿਣਾ। ਦੇਖੋ ਇਹਦੇ ਅਰਥ ਜੇ ਕਰਨੇ ਹੋਣ ਤੇ ਗੁਰੂ ਅਰਜਨ ਦੇਵ ਦਾ ਸ਼ਬਦ ਪੜ੍ਹ ਲਿਆ ਜੇ ਕਿ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ, ਕਿਤੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦੇ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ, ਉਹ ਸਰਾਹੀਆਂ 'ਚ ਪੀਣ ਵਾਲਿਓ, ਸੂਲ ਬਣ ਜਾਂਦੀ ਤੇਰੀ ਬੰਦਗੀ ਤੋਂ ਬਿਨਾ ਐਸ਼ੋ ਇਸ਼ਰਤ। ਖੰਜਰ ਪਿਆਲਾ, ਇਹ ਪਿਆਲੇ ਖੰਜਰ ਦੀ ਤਰ੍ਹਾਂ ਨੇ ਮਾਰਦੇ ਨੇ। ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਵੈਸੇ ਟੇਢੀ ਸ਼ੁਰੂ ਕਹਿੰਦੇ ਆ, ਬਿੰਗ ਦਾ ਬਜ਼ੁਰਗਾਂ ਨੂੰ ਪਤਾ ਹੋਣਾ। ਇਹ ਬਿੰਗ ਅੰਦਰੋਂ ਪੋਲਾ ਹੁੰਦਾ ਹੈ,
बड़ी बुरी हालत करदा। कसाई पिछले पासों पा के अंदरों चरबी खिंचदा है, उन्होंने बिंग कहंदे आ, पर सीधे अर्थ ही करने टेढ़ी छुरी। बिंग कसाइयां दा सहना, हजूर कहंदे यारड़े दा सानू 70 चंगा। मेरे यार दा मैनू 70 चंगा। मैं एक बार तुहानूं इत्थे कहा सी कि गुरु ग्रंथ साहिब विच ना जी, पूरे गुरु ग्रंथ साहिब च जिथे जज्जे नूं कन्ना ला के जार आया उहदा अर्थ भी विचार है। पूरे गुरु ग्रंथ साहिब च जिथे यईये नूं कन्ना ला के रारा लगा यार, उहदा लफ्जी अर्थ परमात्मा गुरु ते संत है। इत्थे शब्द कहे यारड़े दा सानू 70 चंगा। पट खेड़ियां दा रहना, वो खुशियां खेड़ियां दा रहना पट है, अग है। जे तेरी याद कोई नहीं तो कादे महल ते कहदे। इत्थे सतगुरु ने कहा सब कुछ भी चला जाए, इस तत् शब्द का तत् भाव है कि दुनिया की हर सुख सहूलत चली जाए, जे जंड थले बैठा भी बंदगी करना चेते रखी, इदू वड्डा सुख कोई है ही नहीं। सतगुरु गुरु गोबिंद सिंह जी नूं गुलाबा ते पंजाबा कहंदे ने, महाराज घर चलो। सतगुरु उन्हां दे चबारे चले जाते हैं। गनी खां नबी खां दोनों पठान भरा आनंदपुर साहिब हजूर कोल जाते हैं। मैं पिछले साल भी कहा, तो मैं अज थोड़ा जिहा इतिहास तां कहन लगा वां क्योंकि मैं चाहना भी इक्को दम ये ना सोचा जाए भी सुनाया, क्योंकि संगत कई 3-4 तरह के स्रोते होंदे ने। कोई कीर्तन सुनता है, साखी सुनता है। हाँ, जिन्हें गुरु ग्रंथ साहिब की बाणी का अभ्यास किया है वो डूंगे शब्द की विचार सुन के आनंदित होंदा है। पर आप चाहते सारियां की सेवा हो जाए। सच्चे पातशाह महाराज कोल आनंदपुर साहिब जाते सन, तो वो बच्ची पोती कहते सन ना, कई बेटी लिखिया, वो परिवार तो पोती कहता जिहड़ा, जो तुहानूं पता जिहड़े इत्थे आए सन गनी खान नबी खान के परिवार चों, उस बच्ची का नाम रजिया सी। एक किताब बड़ी पुरानी का नाम है गुरु गोबिंद सिंह दे मुसलमान श्रद्धालु। ਉਹਦੇ ਵਿੱਚੋਂ ਕਹਿੰਦੇ ਨੇ 2 शब्द, मैं बिना किताब तो नहीं गल कर रहा, 2 शब्द जदों ये शब्द सुनते सन, यक अर्ज गुप्तम पेश तो दर गोश कुन करतार, हका कबीर करीम तू बेऐब परवदगार, दुनिया मुकामे फानी तहकीक दिलदानी, ममसर मुवे अजराइल गिरफ्त दिल गेच नदानी। ये शब्द बड़े ध्यान नाल सुनते थे। एक शब्द करीमा रहीमा अल्लाह तू गनी, जदों गुरु गोबिंद सिंह दे गाउंदे ने, द्योरा मसीत सोई पूजा नवाज होई मान सब एक पे अनेकों प्रभाव हैं, वारने जाते ने दोनों भरा। ये बच्ची अपने घरदियां नाल उत्थे गई, छोटी जी सी, ये घड़ी पिछों महाराज दे तख्त वाल जाती है, जो उन्हां दा परिवार कहंदा है। क्योंकि परिवार विच ये गल कह, मैं तां क्या होर किसे ने लिखी, डॉक्टर बलबीर सिंह उन्हां लिखिया पोती बारे, वो वार-वार महाराज जी कोल जांदी, जिवें बच्चा ते जदों 3 वारी रोकदे आ फिर अगे जांदी आ, कहंदे ने गुरु गोबिंद सिंह प्यार नाल गोदी च बिठा के उन्होंने सीस ते हथ रख दिंदे आ, ते उस दिन तो बाद उन्होंने गुरु की पोती कहन लग पैंदे आ। वो लोकां नूं आम नाम भुल गया, पोती सिर्फ चेते, गुरु की पोती, उसका नाम सी रजिया। हजूर सच्चे पातशाह फिर इत्थे रहिंदे आ। माता हरदई हजूर वास्ते कपड़े बुन के बैठी है। इतिहास कहता 3 रेजे उन्हें दिते नहीं, रेजे का लफ्जी अर्थ होंदा थान, 3 रेजे उन्हें दिते। बजुर्ग है निहाले दी मां हरदई उन्होंने दसिया कि गुरु गोबिंद सिंह आए तो सतगुरां ने कहा उन्होंने बुला के लियाओ। वो आउंदी है, बजुर्ग है, दिसदा घट है, दीवे दे चानन च हजूर दे कोल जांदी है, महाराज दे दीदार करदी है। सतगुरु कहंदे ने माता तेरे तो असीं बस्तर लैण वास्ते आए हाँ। वो फिर भेटा करदी है। डॉक्टर बलबीर सिंह कहंदे ने ओदे उत्थे ही प्राण निकल जाते हैं। सतगुरां दे चरनां च वो बस वो जी इस करके रही सी। इत्थे सतगुरु फिर 3 दिन रहिंदे आ, 9, 10 ते 11 पोह दीआं रातां इत्थे हजूर ने की बतीत कीतियां। पर यह धरती सानू एक गल दसदी है कि सुख नाल मुहब्बत ना करियो, दुख आए तो डोलियो ना, मुहब्बत शब्द नाल करियो तो दुख भी हंडाया जाएगा। इसे विचार नूं मैं कल अगे फतेहगढ़ साहब
आप जी दे सन्मुख बेनती करांगा, आओ उस मेरे चोजी प्रीतम किहड़े शब्द वरतां अज मैं। सच एवे मन भर आउंदा है कि दाता तुसी कुछ नहीं साडे तो लुकाया, जिहड़ी अमृत देन दी जुगत सी तुसी ओ भी पंजां नूं दे गए हो। बस आओ थोड़ी जी सुरत जोड़ो, आपां नाम जप लईए थोड़ा जिहा। मेरी बेनती है, देखो आपां कथा कर ली, चलो सुरत जोड़ के इउं समझो कि 3 सिख खलोते आ नेत्र बंद करके, धन गुरु गोबिंद सिंह सच्चे पातशाह सीने नाल श्री साहब ला के लेटे होए आ, ते आपां सारी संगत सतगुरु दे चरण वेख के नाम जपने पे। करो कृपा अपनी सुरत नूं उस ढंग नाल लै जाओ। मेरी बेनती है, क्योंकि ये ना समझो भी देह वाल, क्योंकि सुरत ने तो किसी पासे जाना ही है ना। इउं समझो असी समय के पर्दे नूं पाड़ दईए, 2021 मत समझिए, असी उस थां ते चले जाइए जदों घटना इत्थे वापरी है, क्योंकि सुरत उधर भी जाती है। करो कृपा, पहला दास बोलेगा, फिर ਸਿੰਘੋ तुसी बस इउं समझो कि गुरु गोबिंद सिंह दे चरनां च झोली अड्ड के वो दात मंगण आए आ, जिहड़ी दुख नूं दुख ना मन्ने ते सुख विच हंकारी ना करे। करो कृपा जी, पहला दास फिर सिंह, तीजे हिस्से विच बीबियां। असीस बख्श दे उचारण करो जी। सतनाम वाहिगुरु, सतनाम वाहिगुरु। सारे सिंह उच्ची आवाज में सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। उच्ची आवाज में, वाह वाह। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु।
ਵਾਹਿਗੁਰੂ 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 ਵਾਹਿਗੁਰੂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਮੁਬਾਰਕ ਚਰਨ ਕਮਲ ਅਸਥਾਨ ਵਿਖੇ ਵਿਚਾਰ ਕਰਦਿਆਂ, ਇਤਿਹਾਸ ਸੁਣਾਉਂਦਿਆਂ, ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਹੋਈਆਂ ਭੁੱਲਾਂ ਸਤਿਗੁਰੂ ਬਖਸ਼ ਲਓ, ਸਾਡੇ ਤੇ ਮਿਹਰ ਕਰੋ, ਭਜਨ ਬੰਦਗੀ ਦੀ ਦਾਤ ਬਖਸ਼ੋ। ਸਾਧ ਸੰਗਤ ਆਪ ਜੀ ਦਾ ਬਹੁਤ ਧੰਨਵਾਦ। ਪ੍ਰਬੰਧਕ ਵੀਰ, ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬ ਸਾਰੇ ਬੈਠੇ ਆ। ਇੱਥੋਂ ਜੇ ਮੈਨੇਜਰ ਸਾਹਿਬ, ਗੁਰੂ ਕੇ ਕਥਾਵਾਚਕ, ਕੀਰਤਨੀਏ, ਗ੍ਰੰਥੀ ਸਾਹਿਬ ਜੀ, ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਜੀ। ਕੱਲ੍ਹ ਨੂੰ ਆਪਾਂ ਇਸੇ ਵਿਚਾਰ ਨੂੰ ਅੱਗੇ
ਫਤਿਹਗੜ੍ਹ ਸਾਹਿਬ ਪਹੁੰਚਾਂਗੇ। ਪਰਸੋਂ ਜੋਤੀ ਸਰੂਪ। ਵਾਹਿਗੁਰੂ ਜੀ ਕਾ ਖਾਲਸਾ।